ਧੰਨ ਵਾਹਿਗੁਰੂ ਸਾਹਿਬ ਜੀਓ। ਹਮ ਮਹਿਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾकुर देसा, काम क्रोध लोभ झूठ निंदा। इन ते आप छड़ावो, एह भीतर ते इनको डारो। आपन निकट बुलावो, डंडोत बंदन अनेक बार। सर्व कला समरथ, डोलन ते राखो प्रभु। नानक दे कर हथ, डोलन ते राखो प्रभु। राखो प्रभु, डोलन ते राखो प्रभु। नानक दे कर हथ। सतनाम। धन वाहिगुरु साहिब जीओ। महला पहला। वाइन चेले नचन गुर, पैर खलायन फेरन सिर। उड उड रावा झाटै पाए, वेखै लोक हसै घर जाए। रोटियां कारण पूरह ताल, आप पछाड़ह धरती नाल। गावन गोपियां गावन कान, गावन सीता राजे राम। गावन गोपियां गावन कान, गावन सीता राजे राम। वाहिगुरु जी का खालसा, वाहिगुरु जी की फतेह। परम सम्मान योग जुगो जुग अटल ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ
ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਰਸ ਭਿੰਨਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਜੋ ਕੱਲ ਵਿਚਾਰ ਦੀ ਲੜੀ ਸੀ, ਹਜ਼ੂਰ ਦੀ ਆਸਾ ਕੀ ਵਾਰ ਦੀ 5ਵੀਂ ਪੌੜੀ ਦਾ ਪਹਿਲਾ ਸ਼ਲੋਕ, ਇਸ ਦੀ ਵਿਚਾਰ ਆਪਾਂ ਕਰ ਰਹੇ ਸੀ। ਉਸ ਲੜੀ ਨੂੰ ਜੋੜਨ ਲਈ ਔਰ ਵਿਚਾਰ ਨੂੰ ਅੱਗੇ ਤੋਰਨ ਦੇ ਲਈ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੇ ਸੰਸਾਰ ਨੂੰ ਇੱਕ ਰਾਸ ਮੰਡਲ ਬਣਾਇਆ ਹੈ। ਕੱਲ ਇਹ ਡਿਟੇਲ ਨਾਲ ਆਪਾਂ ਵਿਚਾਰਿਆ ਸੀ ਕਿ ਕਿਵੇਂ ਰਾਸਧਾਰੀ ਜਿਹੜੇ ਨੇ ਉਹ ਰਾਸ ਪਾਉਂਦੇ ਹੁੰਦੇ ਸਨ। ਉਸ ਵਿੱਚ ਕ੍ਰਿਸ਼ਨ ਜੀ ਦਾ ਭੇਖ, ਗੋਪੀਆਂ ਔਰ ਗਵਾਲਿਆਂ ਦਾ ਭੇਖ ਕੀਤਾ ਜਾਂਦਾ ਸੀ। ਅੱਜ ਵੀ ਉਹ ਰਾਸਧਾਰੀ ਰਾਸ ਪਾਉਂਦੇ ਨੇ। ਕ੍ਰਿਸ਼ਨ ਜੀ ਦੇ ਚੁਗਿਰਦੇ ਇਹ ਗੋਪੀਆਂ, ਇਹ ਗਵਾਲੇ ਘੁੰਮਦੇ ਸਨ। ਉਹਨਾਂ ਦੀ ਸਿਫਤ ਕਰਨੀ, ਉਹਨਾਂ ਦੀ ਬਾਲ ਲੀਲਾ, ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਕੁਝ ਕੌਤਕ ਨੇ ਜਾਂ ਉਹਨਾਂ ਦੀਆਂ ਲੀਲਾਵਾਂ ਸਨ, ਉਹਨਾਂ ਮੁਤਾਬਕ ਉਹ ਕਰਦੇ ਹੁੰਦੇ ਸਨ, ਸਾਂਗ ਉਤਾਰਦੇ ਸਨ। ਪਰ ਵਕਤ ਆਇਆ, ਕਿਉਂਕਿ ਇਹਨਾਂ 2 ਸ਼ਲੋਕਾਂ 'ਚ 4 ਗੱਲਾਂ ਸਮਝ ਕੇ ਆਪਾਂ ਤੁਰੀਏ, ਵਿਚਾਰ ਬੜੀ ਸੌਖੀ ਹੋਵੇਗੀ 4 ਪੜਾਵਾਂ 'ਚ। ਪਹਿਲਾ ਤਾਂ ਸ਼ਲੋਕ ਹੈ ਪਰਮਾਤਮਾ ਦੀ ਬਣਾਈ ਕੋਈ ਸ੍ਰਿਸ਼ਟੀ 'ਚ ਰਾਸ ਕਿਵੇਂ ਪਾਈ ਜਾ ਰਹੀ। ਜਿਹੜੇ ਸ਼ਲੋਕ ਦੀਆਂ ਅਗਲੇ ਦੀਆਂ ਅਸੀਂ ਕੁਝ ਤੁਕਾਂ ਪੜ੍ਹੀਆਂ ਨੇ, ਇਹਦੇ ਵਿੱਚ ਰਾਸ ਕੁਰਾਸ ਕਿਵੇਂ ਬਣ ਗਈ। ਰਾਸਧਾਰੀ ਉਹ ਕਿਵੇਂ ਸਿਰਫ ਢਿੱਡ ਦੀ ਖਾਤਰ ਤੇ ਲੋਕ ਉਹਨਾਂ ਦਾ ਮਜ਼ਾਕ ਉਡਾ ਰਹੇ ਨੇ। ਉਸ ਤੋਂ ਅੱਗੇ ਜੋ ਬਚਨ ਕੱਲ ਨੂੰ ਆਏਗਾ ਕਿ ਪਰਮਾਤਮਾ ਦੀ ਬੰਦਗੀ ਕਰਨ ਵਾਲੇ, ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਕੇਵਲ ਪਰਮਾਤਮਾ ਦੇ ਸਿਮਰਨ ਵਿੱਚ ਹੀ ਭਿੱਜੀ ਰਹਿੰਦੀ ਹੈ। ਉਹ ਗੁਰੂ ਦੀ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਵਿੱਚ ਉਸ ਨੂੰ ਕਮਾਉਣਾ ਸ਼ੁਰੂ ਕਰ ਦਿੰਦੇ ਨੇ। ਤੇ ਇਸ ਦੇ ਵਿੱਚ ਜਿਹੜਾ ਚੌਥਾ ਪੜਾਅ ਹੋਵੇਗਾ ਕਿ ਜੇ ਅਸੀਂ ਸਮਝੀਏ ਕਿ ਸਰੀਰਕ ਤੌਰ ਤੇ ਫੇਰੀ ਪਾਉਣ ਦੇ ਨਾਲ, ਸਰੀਰਕ ਤੌਰ ਤੇ ਗਿੜ ਮੁੜ ਘੁੰਮਣ ਦੇ ਨਾਲ ਕੋਈ ਰੂਹਾਨੀਅਤ ਦੀ ਪ੍ਰਾਪਤੀ ਹੈ, ਹਜ਼ੂਰ ਨੇ ਫਿਰ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ। ਉਹਨਾਂ ਵਿੱਚ ਮਸ਼ੀਨਾਂ ਵੀ ਲੈ ਲਵੋ ਕਿ ਜਿਹੜੀਆਂ ਜਦੋਂ ਵੀ ਚੱਲਦੀਆਂ ਨੇ ਘੁੰਮੀ ਜਾਂਦੀਆਂ ਨੇ। ਜੇ ਘੁੰਮਣ ਦੇ ਨਾਲ ਪ੍ਰਾਪਤੀ ਹੁੰਦੀ ਤੇ ਸਤਿਗੁਰੂ ਕਹਿੰਦੇ ਨੇ ਇਹ ਚੀਜ਼ਾਂ ਕਿਉਂ ਨਾ ਤਰੱਕੀ ਕਰ ਜਾਂਦੀਆਂ। ਉਸ ਵਿੱਚ ਕੋਲੂ, ਚਰਖਾ, ਘੁਮਾਰ ਦਾ ਚੱਕ, ਫਲੇ, ਇਹ ਸਾਰਿਆਂ ਦਾ ਜ਼ਿਕਰ ਕੀਤਾ ਕਿਉਂਕਿ ਸਾਰੇ ਗੁਲਾਈ ਦੇ ਵਿੱਚ ਘੁੰਮਦੇ ਪਏ। ਉਹ ਫੇਰੀ ਵੀ ਗੁਲਾਈ 'ਚ ਪਾਉਂਦੇ ਸਨ ਰਾਸਧਾਰੀ। ਪਰ ਜਿਹੜੀ ਦਾਸ ਬੇਨਤੀ ਕਰ ਲੱਗਾ ਹੈ, ਕੱਲ ਅਰਜ਼ ਕੀਤੀ ਸੀ, ਹਜ਼ੂਰ ਕਹਿੰਦੇ ਨੇ ਆਓ ਦੇਖੋ ਪਰਮਾਤਮਾ ਦੀ ਬਣਾਈ ਹੋਈ ਇਸ ਰਾਸ ਮੰਡਲ ਨੂੰ। ਹਜ਼ੂਰ ਕਹਿੰਦੇ ਨੇ ਜਿਤਨੀਆਂ ਵੀ ਘੜੀਆਂ ਨੇ, ਟਾਈਮ ਸਾਡਾ ਹੈ। ਤੇ ਕੱਲ ਮੈਂ ਜ਼ਿਆਦਾ ਰਿਪੀਟ ਨਹੀਂ ਕਰਾਂਗਾ, ਇਹੀ ਅਰਜ਼ ਕੀਤੀ ਸੀ ਤਕਰੀਬਨ 24 ਮਿੰਟ ਦੀ ਇੱਕ ਘੜੀ ਬਣਦੀ ਹੈ। ਕਈ ਸੱਜਣ 25 ਮਿੰਟ ਵੀ ਕਹਿ ਦਿੰਦੇ ਨੇ। ਖੈਰ ਮੁੱਕਦੀ ਗੱਲ ਕੀ 24-25 ਮਿੰਟ ਦੀ ਘੜੀ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਤੇਰੇ ਜ਼ਿੰਦਗੀ ਦਾ ਸਮਾਂ ਹੈ, ਇਹ ਸੱਚਮੁੱਚ ਇਸ ਤਰ੍ਹਾਂ ਜਿਵੇਂ ਪਰਮਾਤਮਾ ਦੀ ਰਾਸ ਮੰਡਲ ਦੀਆਂ ਗੋਪੀਆਂ ਨੇ। ਘੜੀਆਂ ਸਭੇ ਗੋਪੀਆਂ। ਤੇ ਜਿਹੜੇ 8 ਪੈਰ ਨੇ ਇਹ ਕ੍ਰਿਸ਼ਨ ਜੀ ਦੇ ਉਹ ਸਖੇ ਨੇ। ਕੱਲ ਇਹਦੇ ਅਰਥ ਕੀਤੇ ਸਨ ਪੈਰ ਕੰਨ ਗੋਪਾਲ। ਗੋਪਾਲ ਦਾ ਅਰਥ ਕ੍ਰਿਸ਼ਨ ਵੀ ਹੈ, ਪਰ ਜ਼ਿਆਦਾਤਰ ਵਿਦਵਾਨਾਂ ਨੇ ਗੋਪਾਲ ਦਾ ਅਰਥ ਗੋਪੇ ਕੀਤਾ ਹੈ, ਜਿਹੜੇ ਕ੍ਰਿਸ਼ਨ ਦੀ ਰਾਸ ਲੀਲਾ ਦੇ ਵਿੱਚ ਉਹਦੇ ਸਖੇ ਨੇ। ਸਾਰੀਆਂ ਘੜੀਆਂ ਜਿਹੜੀਆਂ ਨੇ ਇਹ ਗੋਪੀਆਂ ਨੇ, ਟਾਈਮ ਪੈਰ ਜਿਹੜੇ ਨੇ ਇਹ ਸਖੇ ਨੇ। ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕਰਦਿਆਂ ਫਿਰ ਫਰਮਾਇਆ ਸੀ
ਕਿ ਉਹ ਆਪਣੇ ਤਨ ਤੇ ਗਹਿਣੇ ਪਾਉਂਦੇ ਨੇ, ਕੱਪੜੇ ਪਾਉਂਦੇ ਨੇ। ਹਜ਼ੂਰ ਕਹਿੰਦੇ ਨੇ ਪਰਮਾਤਮਾ ਦੇ ਬਣੇ ਹੋਏ ਇਸ ਬ੍ਰਹਿਮੰਡ ਦੇ ਵਿੱਚ ਪੌਣ, ਪਾਣੀ ਤੇ ਅੱਗ, ਇਹ ਮਾਨੋ ਉਹਨਾਂ ਗੋਪੀਆਂ ਤੇ ਗਵਾਲਿਆਂ ਦੇ ਗਹਿਣੇ ਨੇ। ਇਹ ਪਰਮਾਤਮਾ ਦੀ ਰਾਸ ਮੰਡਲ ਵਿੱਚ ਵਰਤੇ ਜਾਣ ਵਾਲੇ ਗਹਿਣੇ ਨੇ। ਤੇ ਨਾਲ ਸਤਿਗੁਰਾਂ ਨੇ ਸ਼ਬਦ ਵਰਤਿਆ ਸੀ, ਚੰਦ ਤੇ ਸੂਰਜ, ਇਹ ਦੋਨੋਂ ਮਾਨੋ ਅਵਤਾਰ ਨੇ। ਇਹ ਰਾਸ ਅਖਾੜਾ ਹੈ ਪਰਮਾਤਮਾ ਦਾ ਬਣਾਇਆ। ਫਿਰ ਜਿੰਨੀ ਧਰਤੀ ਹੈ, ਧਰਤੀ ਦੇ ਉੱਪਰ ਜਿਤਨੇ ਧਨ ਪਦਾਰਥ ਜਾਂ ਖਣਿਜ ਪਦਾਰਥ ਧਰਤੀ ਵਿੱਚ ਪਏ ਨੇ, ਜਿਵੇਂ ਰਾਸ ਪਾਉਣ ਵਾਲੇ ਸਮਾਨ ਵਰਦੇ ਨੇ, ਸਾਂਗ ਉਤਾਰਨ ਵੇਲੇ ਜਿਹੜਾ ਚੀਜ਼ ਉਹ ਆਪਣੇ ਬਾਡੀ ਤੇ ਬਨਾਵਟ ਲਈ ਵਰਦੇ ਨੇ, ਸੱਚ ਇਹ ਵੇ ਕਿ ਇਹ ਜਿੰਨਾ ਵੀ ਧਨ ਮਾਲ ਹੈ ਜਿਹਨੂੰ ਅਸੀਂ ਵਰਤਨੇ ਪਏ ਹਾਂ, ਇਹ ਇੱਕ ਬਖੇੜਾ ਬਣਾਇਆ ਹੋਇਆ ਇਸ ਰਾਸ ਮੰਡਲ ਵਿੱਚ, ਜਿਵੇਂ ਸਾਂਗਾਂ ਉਤਾਰਨ ਵਾਲੇ ਲੜਦੇ ਨੇ। ਫਿਰ ਬੇਨਤੀ ਸੁਣੋ, ਮੈਂ ਥੋੜ੍ਹਾ ਜਿਹਾ ਕਲੀਅਰ ਕਰ ਦਿਆਂ। ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ। ਮੰਨ ਲਓ ਇੱਕ ਕੋਈ ਫਿਲਮ ਬਣਾਉਂਦਾ, ਕੱਲ੍ਹ ਵੀ ਕੀ ਸੀ, ਉਹਨੇ ਇੱਕ ਬਨਾਵਟੀ ਜਿਹਾ ਕਿਲ੍ਹਾ ਬਣਾ ਦਿੱਤਾ ਹੈ। ਹੁਣ ਉਸ ਕਿਲ੍ਹੇ ਨੂੰ ਇੱਕ ਕਬਜ਼ਾ ਕਰਨਾ ਚਾਹੁੰਦਾ, ਦੂਜਾ ਉਹਦੇ ਤੇ ਕਬਜ਼ਾ ਛੱਡਣਾ ਨਹੀਂ ਚਾਹੁੰਦਾ। ਹੁਣ ਉਸ ਕਿਲ੍ਹੇ ਦੀ ਖਾਤਰ ਪੂਰੀ ਦੀ ਪੂਰੀ ਜਿਹੜੀ ਪਿਕਚਰ ਹੈ ਉਹ 'ਚ ਲੜਾਈ ਹੁੰਦੀ ਪਈ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਤੇਰੀ ਬਣਾਈ ਹੋਈ ਇਸ ਰਾਸ ਲੀਲਾ ਵਿੱਚ ਆਹ ਜ਼ਮੀਨ ਥੱਲੇ ਪਿਆ ਹੋਇਆ ਤੇਲ, ਜ਼ਮੀਨ ਥੱਲੇ ਪਿਆ ਹੋਇਆ ਸੋਨਾ, ਜ਼ਮੀਨ ਦੇ ਉੱਤੇ ਉੱਗਿਆ ਹੋਇਆ ਅਨਾਜ, ਇਹ ਤੇਰੀ ਬਣਾਈ ਹੋਈ ਰਾਸ ਲੀਲਾ ਦੇ ਵਿੱਚ ਜੰਜਾਲ ਦਾ ਕਾਰਨ ਬਣਿਆ ਹੋਇਆ। ਇਹਦੇ ਕਰਕੇ ਆਪਸ 'ਚ ਪਾਤਰ ਲੜੀ ਜਾਂਦੇ ਨੇ। ਜੇ ਥੋੜ੍ਹੀ ਜਿਹੀ ਸੁਰਤ ਚੁੱਕ ਕੇ ਦੇਖੋ, ਜਿਸ ਦਿਨ ਖੇਡ ਮੁੱਕੇਗੀ, ਨਾ ਇੱਥੇ ਪਾਪ ਰਹਿਣਾ ਤੇ ਨਾ ਇੱਥੇ ਪੁੰਨ ਰਹਿਣਾ, ਨਾ ਇੱਥੇ ਧਰਮੀ ਰਹਿਣਾ ਤੇ ਨਾ ਇੱਥੇ ਕੁਕਰਮੀ ਰਹਿਣਾ। ਉਨੀ ਦੇਰ ਤੱਕ ਹੀ ਗਰਾਊਂਡ ਦੇ ਨੇਮ ਹੁੰਦੇ ਨੇ। ਅਸੀਂ ਦੇਖਦੇ ਹਾਂ ਜਦੋਂ ਕੋਈ ਖੇਡਦਾ, ਜੇ ਗਰਾਊਂਡ ਵਿੱਚ ਸੈਰ ਕਰੋ ਤੇ ਕੋਈ ਨੇਮ ਨਹੀਂ, ਜਦੋਂ ਖੇਡ ਸ਼ੁਰੂ ਹੁੰਦੀ ਹੈ ਉਦੋਂ ਹੀ ਨੇਮ ਹੁੰਦੇ ਨੇ। ਪਿਆਰਿਓ, ਖੇਡ ਖਤਮ ਹੋਣ ਤੋਂ ਬਾਅਦ ਤਾਂ ਨੇਮ ਕੋਈ ਹੈ ਹੀ ਨਹੀਂ। ਆਹ ਦੁਨੀਆ ਦੀ ਵੀ ਖੇਡ ਜਿੰਨੀ ਦੇਰ ਤੱਕ ਹੈ, ਬਾਜ਼ੀਗਰ ਨੇ ਬਾਜੀ ਪਾਈ ਹੈ, ਉਨੀ ਦੇਰ ਤੱਕ ਇਹ ਨੇਮ ਨੇ, ਚੰਗਾ ਏ ਮੰਦਾ ਏ, ਪਾਪ ਏ ਪੁੰਨ ਏ। ਪਰ ਜਿਸ ਦਿਨ ਉਸਨੇ ਸਾਰੀ ਖੇਡ ਨੂੰ ਉਜਾੜ ਦਿੱਤਾ, ਸੱਚ ਵੇ ਉਹ ਇਕੱਲਾ ਰਹਿ ਜਾਣਾ, ਨਾ ਪਾਪੀ ਰਹਿਣੇ ਤੇ ਨਾ ਪੁੰਨੀ ਰਹਿਣੇ। ਇਹਨੂੰ ਜੇ ਧਿਆਨ ਨਾਲ ਪੜ੍ਹਨਾ ਹੋਵੇ ਤੇ ਸੁਖਮਨੀ ਸਾਹਿਬ ਦੀ 21ਵੀਂ ਅਸ਼ਟਪਦੀ ਨੂੰ ਜ਼ਰੂਰ ਪੜ੍ਹਿਓ। ਮੇਰੀ ਬੇਨਤੀ ਹੈ, ਜਦੋਂ ਕੁਛ ਵੀ ਨਹੀਂ ਸੀ, ਕਿੱਥੇ ਪਾਪ ਸੀ, ਕਿੱਥੇ ਪੁੰਨ ਸੀ, ਕਿੱਥੇ ਧਰਮ ਸੀ, ਕਿੱਥੇ ਕੁਕਰਮ ਸੀ। ਖੈਰ, ਇਹ ਸਾਰੀ ਧਰਤੀ ਦੇ ਪਦਾਰਥ ਜਿਹੜੇ ਨੇ, ਇਹ ਸਰਬ ਜੰਜਾਲ ਬਣੇ ਪਏ ਨੇ, ਵਰਤਨ ਸਰਬ ਜੰਜਾਲ। ਪਰ ਅੱਗੇ ਸਤਿਗੁਰੂ ਦਾ ਜਿਹੜੀ ਸੀ ਤੁਕ ਤੇ ਬਹੁਤ ਜ਼ੋਰ ਦਿੱਤਾ ਸੀ, ਜਿਹਦੀ ਵਿਚਾਰ ਅਸੀਂ ਰੋਕੀ ਸੀ। ਨਾਨਕ ਮੁਸੈ ਗਿਆਨ ਵਿਹੂਣੀ। ਸਾਰੀ ਲੋਕਾਈ ਜਿਹੜੀ ਹੈ ਠੱਗੀ ਜਾ ਰਹੀ ਹੈ। ਮੁੱਸੇ ਦਾ ਅਰਥ ਹੈ ਇਹਨੂੰ ਲੁੱਟਿਆ ਜਾ ਰਿਹਾ, ਕਿਉਂਕਿ ਇਹਦੇ ਕੋਲ ਗਿਆਨ ਕੋਈ ਨਹੀਂ। ਨਾਨਕ ਮੁੱਸੈ ਗਿਆਨ ਵਿਹੂਣੀ, ਖਾਏ ਗਿਆ ਜਮਕਾਲ। ਮੌਤ ਇਹਦੀਆਂ ਗਰਾਹੀਆਂ ਬਣ ਕੇ ਜਮਦੂਤ ਗਿਆਨ ਤੋਂ ਵਿਹੂਣਿਆਂ ਨੂੰ ਖਾਈ ਜਾ ਰਿਹਾ ਹੈ, ਉਹਨੇ ਖਤਮ ਕਰ ਦਿੱਤਾ। ਕੱਲ ਮੈਂ ਅਰਜ਼ ਕੀਤੀ ਸੀ, ਕਿਉਂਕਿ ਉਸ ਲੜੀ ਤੇ ਮੈਂ ਆ ਜਾਵਾਂ। ਦੋ ਤਰ੍ਹਾਂ ਦਾ ਗਿਆਨ ਹੈ ਧਰਮ ਦੀ ਦੁਨੀਆ 'ਚ। ਇੱਕ ਹੈ ਸਾਡੇ ਕੋਲ ਧਰਮ ਦੀ ਨੌਲੇਜ ਹੈ, ਇੱਥੇ ਅਸੀਂ ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ ਵਾਲੇ ਪ੍ਰਮਾਣ ਤੇ ਸਮਾਪਤੀ ਕੀਤੀ ਸੀ। ਇੱਕ ਹੈ ਧਰਮ ਦੀ ਨੌਲੇਜ, ਧਰਮ ਦੀ ਜਾਣਕਾਰੀ। ਇੱਕ ਹੈ ਧਰਮ ਬਾਰੇ ਅਨੁਭਵ। ਹਾਲਾਂਕਿ ਦੋਨੋਂ ਬੜੇ ਨੇੜੇ ਨੇੜੇ ਨੇ। ਇੱਕ ਵਾਰੀ ਮੈਨੂੰ ਯਾਦ ਹੈ, ਮੈਂ ਇੱਥੇ ਇੱਕ ਉਦਾਹਰਨ ਦਿੱਤੀ ਸੀ। ਅਸੀਂ ਪਾਣੀ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਉੱਥੇ ਵਰਤਨੇ ਹਾਂ ਕਿ ਦੋ ਤਰ੍ਹਾਂ ਨਾਲ ਪਾਣੀ ਲੋਕ ਵਰਤਦੇ ਹੁੰਦੇ ਸਨ। ਇੱਕ ਪਾਣੀ ਹੁੰਦਾ ਸੀ ਖੂਹ ਦਾ, ਇੱਕ ਪਾਣੀ ਅੱਜ ਕੱਲ੍ਹ ਹੁੰਦਾ ਟੈਂਕੀ ਦਾ। ਬੜਾ ਸੌਖੀ ਸਮਝ ਪੈ ਜਾਏਗੀ। ਅਨੁਭਵ ਤੇ ਨੌਲੇਜ। ਨੌਲੇਜ ਵੀ ਧਰਮ ਦੀ ਬੜੇ ਬੜੇ ਲੋਕਾਂ ਨੂੰ, ਮੈਂ ਤੇ ਪਿੱਛੇ ਜੇ ਕਥਾ ਕਰਦੇ ਹਾਂ ਕਿਹਾ ਸੀ, ਇਹਨੂੰ ਮਹਿਸੂਸ ਨਾ ਕਰਿਓ। ਗੁਰੂ ਗ੍ਰੰਥ ਸਾਹਿਬ ਨੂੰ ਅੱਜ 3-4 ਤਰੀਕਿਆਂ ਨਾਲ ਪੜ੍ਹਿਆ ਜਾ ਰਿਹਾ। ਇੱਕ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਪਿਆ ਦੂਜੇ ਨੂੰ ਸੁਣਾਉਣ ਦੇ ਲਈ, ਤੇ ਜਦੋਂ ਪੜ੍ਹਦਾ ਉਹਦੇ ਮਨ 'ਚ ਸੱਚੀ ਮੁੱਚੀ ਫੁਰਨੇ ਉੱਠਦੇ ਨੇ ਕਿ ਜਦੋਂ ਅੱਜ ਸੰਗਤ ਇਕੱਠੀ ਹੋਵੇਗੀ ਮੈਂ ਆਹ ਪ੍ਰਮਾਣ ਸੁਣਾਵਾਂਗਾ। ਸੱਚ ਜੇ ਬਰੀਕੀ ਨਾਲ ਦੇਖੋ ਤੇ ਵਿੱਚੋਂ ਰਸ ਮੁੱਕਦਾ ਜਾਂਦਾ ਫਿਰ, ਕਿਉਂਕਿ ਉਹਦੇ ਸਾਹਮਣੇ ਜਿਹੜਾ ਰਸ ਬਣਨਾ ਸੀ ਉਹਦੇ ਵਿੱਚ ਕੋਈ ਦੂਜਾ ਹੋਰ ਥਾਂ ਲੈ ਰਿਹਾ, ਉਹਨੂੰ ਉਹਦੇ ਨਾਲ ਕਨੈਕਸ਼ਨ ਟੁੱਟ ਰਿਹਾ। ਇੱਕ ਇਸ ਕਰਕੇ ਪੜ੍ਹਦਾ ਸੁਣਾਉਣ ਦੇ ਲਈ, ਦੂਜਾ ਇਸ ਕਰਕੇ ਪੜ੍ਹਦਾ ਰੋਜੀ ਕਮਾਉਣ ਦੇ ਲਈ,
ਤੀਜਾ ਇਸ ਕਰਕੇ ਪੜ੍ਹਦਾ ਕੌਮ ਨੂੰ ਉਲਝਾਉਣ ਦੇ ਲਈ। ਇਹ ਸ਼ਬਦ ਬੜਾ ਔਖਾ ਵੀ ਕੌਮ ਨੂੰ ਉਲਝਾਉਣ ਲਈ ਕਿਵੇਂ। ਸੱਚ ਇਹ ਵੇ ਅਨਮਤੀ ਲੋਕ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਵਾਹ ਵਾਸਤਾ ਨਹੀਂ, ਉਹਨਾਂ ਲੋਕਾਂ ਨੂੰ ਇੰਨੇ ਸ਼ਬਦ ਜ਼ਬਾਨੀ ਚੇਤੇ ਨੇ, ਪੜ੍ਹਦੇ ਉਹ ਵੀ ਗੁਰੂ ਗ੍ਰੰਥ ਸਾਹਿਬ ਨੇ, ਪਰ ਚੇਤੇ ਰੱਖਿਓ ਉਹ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਜਾਣ ਕੇ ਨਹੀਂ, ਉਹ ਵੀ ਲੋਕ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਵਿਦਵਾਨ ਪੜ੍ਹਦੇ ਨੇ ਸਿਰਫ ਸਾਡੀ ਭੋਲੀ ਭਾਲੀ ਕੌਮ ਨੂੰ ਉਲਝਾਉਣ ਦੇ ਲਈ। ਉਹਨਾਂ ਦੀ ਭਾਵਨਾ ਸ਼ੁੱਧ ਨੇ, ਕੋਈ ਪੜ੍ਹਦੇ ਨੇ ਆਪਣਾ ਨਾਮ ਚਮਕਾਉਣ ਦੇ ਲਈ। ਮੈਂ ਸਿੱਧੀ ਬੇਨਤੀ ਕਰਾਂ, ਹੁਣ ਦੇਖੋ ਇੱਕ ਗਿਆਨ ਹੋਵੇ ਜਿਹੜੀ ਜਾਣਕਾਰੀ ਹੈ, ਜਿਹਨੂੰ ਨੌਲੇਜ ਕਹਿੰਦੇ ਆ, ਉਹ ਤੁਹਾਡੇ ਮੇਰੇ ਕੋਲ ਹਰ ਇੱਕ ਦੀ ਜੇਬ 'ਚ ਅੱਜ ਸੱਚ ਇਹ ਸਾਡੇ ਮੋਬਾਈਲ ਫੋਨ 'ਚ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੈ, ਪਰ ਕੀ ਐਸ ਸੀਨੇ ਵਿੱਚ ਉਹ ਪਾਠ ਟਿਕ ਗਏ? ਗਿਆਨ ਹੈ ਇੱਕ ਚਿੱਪ ਦੇ ਵਿੱਚ। ਜੇ ਇੱਕ ਫੋਨ ਦੇ ਵਿੱਚ ਭਰੀ ਕੋਈ ਚਿੱਪ 'ਚ ਇੰਨਾ ਕੁਝ ਪਿਆ ਹੋਇਆ ਹੈ, ਤੇ ਪਿਆਰਿਓ ਜੇ ਇਹਦੀ ਚਿੱਪ ਵਿੱਚ ਵੀ ਸਭ ਕੁਝ ਭਰਿਆ ਜਾਏਗਾ, ਪਰ ਜੇ ਵਰਤੋਂ ਨਹੀਂ ਕਰੇਗਾ ਤੇ ਇਹਦਾ ਅਨੁਭਵ ਕਿਵੇਂ ਬਣੇਗਾ? ਸਟੋਰ ਤਾਂ ਇੱਕ ਮਸ਼ੀਨ ਕੋਲ ਵੀ ਹੈ, ਗਿਆਨ ਉਹਦੇ ਕੋਲ ਵੀ ਸਟੋਰ ਪਿਆ। ਮੈਂ ਬੇਨਤੀ ਕਰਾਂਗਾ, ਪਾਣੀ ਇੱਕ ਖੂਹ ਦਾ ਇੱਕ ਟੈਂਕੀ ਦਾ ਹੈ। ਜਿਹੜਾ ਖੂਹ ਦਾ ਪਾਣੀ ਹੈ, ਪਹਿਲੀ ਗੱਲ ਤਾਂ ਉਹ ਰਹਿੰਦਾ ਹੀ ਜ਼ਮੀਨ ਤੋਂ ਥੱਲੇ ਵੇ, ਉੱਤੇ ਨਹੀਂ। ਟੈਂਕੀ ਜਦੋਂ ਵੀ ਬਣਦੀ ਹੈ ਮਕਾਨ ਦੇ ਸਿਖਰ ਤੇ ਬਣਦੀ ਹੈ ਜੀ, ਉੱਚੀਆਂ ਨੇ ਟੈਂਕੀਆਂ, ਪਾਣੀ ਦੋਨਾਂ ਕੋਲੇ। ਫਿਰ ਬੇਨਤੀ ਸੁਣਿਓ, ਨੌਲੇਜ ਵਾਲੇ ਕੋਲ ਵੀ ਗਿਆਨੀ ਉਹਨੂੰ ਵੀ ਅਸੀਂ ਅੱਗੇ ਮੈਂ ਦੇਖਣਾ ਵੀ ਕਿਹੜੇ ਗਿਆਨ ਦੀ ਗੱਲ ਗੁਰੂ ਸਾਹਿਬ ਵਾਰ-ਵਾਰ ਕਰ ਰਹੇ, ਕਿਉਂਕਿ ਉਹਨਾਂ ਪਿਛਲੇ ਸ਼ਲੋਕ ਵਿੱਚ ਵੀ ਕਿਰਪਾ ਕਰਕੇ ਪੌੜੀ ਨਾਲ ਵੀ ਪਿੱਛੇ ਵੀ ਕਹਿੰਦੇ ਹੈ ਕਿ ਗਿਆਨ ਨਾ ਗੱਲੀ ਢੂੰਢੀਐ। ਇੱਥੇ ਹਜ਼ੂਰ ਨੇ ਸ਼ਬਦ ਵਰਤਿਆ, ਨਾਨਕ ਮੁਸੈ ਗਿਆਨ ਵਿਖੂਣੀ। ਉਹੀ ਅਰਜ਼ ਕਰਨੀ, ਕਿਹੜਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਇਹ ਨਹੀਂ ਕਿ ਮੈਂ ਉਹਦੇ ਬਾਰੇ ਕੋਈ ਦਾਅਵਾ ਪੇਸ਼ ਕਰਾਂਗਾ। ਹੁਣ ਪਾਣੀ ਟੈਂਕੀ ਵਿੱਚ, ਪਾਣੀ ਖੂਹ 'ਚ, ਪਰ ਟੈਂਕੀ ਦਾ ਪਾਣੀ ਅਨੁਭਵ ਨਹੀਂ, ਉਹ ਪ੍ਰੈਸ਼ਰ ਨਾਲ ਜ਼ੋਰ ਨਾਲ ਪਹੁੰਚਾਇਆ ਹੋਇਆ ਪਾਣੀ ਹੈ। ਤੇ ਇਹ ਵੀ ਆਪ ਸਭ ਜਾਣਦੇ ਹੋ, ਜੇ ਕਿਤੇ ਘਰ ਦਾ ਇੱਕ ਨਲ ਇੱਕ ਟੂਟੀ ਖੁੱਲੀ ਰਹਿ ਜਾਏ ਤੇ ਸਵੇਰ ਤੱਕ ਟੈਂਕੀ ਖਾਲੀ ਹੁੰਦੀ ਹੈ, ਕਿਉਂਕਿ ਉਹਦਾ ਅਨੁਭਵ ਨਹੀਂ। ਸਵੇਰੇ ਉਹ ਟੈਂਕੀ ਬਿਲਕੁਲ ਖਾਲੀ, ਪਰ ਖੂਹ ਨੂੰ ਤੁਸੀਂ ਰਾਤ ਭਰ, ਅੱਧੀ ਰਾਤ ਤੱਕ ਬਾਲਟੀਆਂ ਭਰ ਕੇ ਪਾਣੀ ਦੀਆਂ ਖੂਹ ਚੋਂ ਕੱਢੀ ਜਾਓ, ਤੇ ਸਵੇਰੇ ਜਾ ਕੇ ਕਹੋ ਕਦੀ ਖੂਹ ਖਾਲੀ ਹੁੰਦਾ ਦੇਖੇ? ਖੂਹ ਨਹੀਂ ਖਾਲੀ ਹੋਵੇਗਾ, ਟੈਂਕੀ ਖਾਲੀ ਹੋਵੇਗੀ, ਕਿਉਂਕਿ ਟੈਂਕੀ ਦਾ ਆਪਣਾ ਪਾਣੀ ਨਹੀਂ, ਉਹਦੇ ਨਾਲ ਪ੍ਰੈਸ਼ਰ ਨਾਲ ਪਾਣੀ ਉਹਦੇ ਵਿੱਚ ਪਹੁੰਚਾਇਆ ਗਿਆ ਹੈ, ਤੇ ਜਿਹਦਾ ਆਪਣਾ ਨਹੀਂ ਉਹ ਜ਼ਰੂਰ ਖਾਲੀ ਹੁੰਦਾ ਹੈ। ਪਰ ਪਿਆਰਿਓ, ਖੂਹ ਕਹਿੰਦਾ ਹੈ ਤੇਰੇ ਕੋਲ ਦਮ ਹੋਣਾ ਚਾਹੀਦਾ ਹੈ। ਸੱਚ ਇਹ ਵੇ, ਜਿੰਨਾ ਤੂੰ ਪਾਣੀ ਮੇਰੇ ਤੋਂ ਸ਼ਾਮ ਨੂੰ ਕੱਢ ਕੇ ਲਿਜਾਏਗਾ, ਮੈਨੂੰ ਕਿਸੇ ਦੇ ਪ੍ਰੈਸ਼ਰ ਦੀ ਲੋੜ ਨਹੀਂ, ਮੈਂ ਸਵੇਰ ਤੱਕ ਉਹਨਾਂ ਪੈਦਾ ਹੋਰ ਕਰ ਦੇਵਾਂਗਾ। ਅਨੁਭਵੀ ਗਿਆਨ ਕਦੀ ਬਾਸੀ ਨਹੀਂ ਹੁੰਦਾ। ਭਾਈ ਸਾਹਿਬ ਆਸਾ ਕੀ ਵਾਰ ਦਾ ਜ਼ਿਕਰ ਕਰ ਰਹੇ ਸਨ। ਰੋਜ਼ ਆਸਾ ਕੀ ਵਾਰ ਹਰਮੰਦਰ ਸਾਹਿਬ ਹੁੰਦੀ ਹੈ। ਕੋਈ ਬਦਕਿਸਮਤੀ ਹੋਵੇ ਜਿਹਨੂੰ ਸਮਝ ਨਹੀਂ, ਪਰ ਕਦੀ ਕਿਸੇ ਸਿੱਖ ਦੀ ਜ਼ਬਾਨ ਤੋਂ ਸ਼ਬਦ ਨਹੀਂ ਨਿਕਲਿਆ ਕਿ ਰੋਜ਼ ਆਸਾ ਕੀ ਵਾਰ ਕਿਉਂ ਰਿਪੀਟ ਕੀਤਾ ਜਾ ਰਿਹਾ। ਰੋਜ਼ ਰਹਿ ਰਸ ਦਾ ਪਾਠ ਹੁੰਦਾ, ਰੋਜ਼ ਜਪ ਸਾਹਿਬ ਪੜ੍ਹਿਆ ਜਾ ਰਿਹਾ, ਜਪਜੀ ਸਾਹਿਬ ਰੋਜ਼ ਅਸੀਂ ਨਿਤਨੇਮ ਕਰਨੇ। ਨਹੀਂ ਪਿਆਰਿਓ, ਖੂਹ ਅਸਲ 'ਚ ਕਿਸੇ ਸੋਮੇ ਨਾਲ ਜੁੜਿਆ ਹੈ, ਟੈਂਕੀ ਸੋਮੇ ਨਾਲ ਨਹੀਂ ਜੁੜੀ। ਜਿਹੜੀ ਨੌਲੇਜ ਹੈ ਇਹ ਧੱਕੇ ਨਾਲ ਹੰਗਤਾ ਰਾਹੀਂ ਅੰਦਰ ਪਹੁੰਚਦੀ ਹੈ, ਪਰ ਜਿਹੜਾ ਅਨੁਭਵ ਹੈ, ਆਤਮਾ ਜਦੋਂ ਪਰਮਾਤਮਾ ਨਾਲ ਜੁੜ ਜਾਂਦੀ ਹੈ, ਸੱਚੇ ਵਿੱਚ ਜਿਹਨੂੰ ਇੱਕ ਅੱਖਰ ਵੀ ਨਹੀਂ ਪੜ੍ਹਨਾ ਆਉਂਦਾ, ਜਦੋਂ ਬੋਲਣਾ ਸ਼ੁਰੂ ਕਰੇਗਾ ਉਹਦਾ ਹਰ ਸ਼ਬਦ ਹੀ ਅਨੁਭਵ ਬਣ ਜਾਏਗਾ। ਮੇਰੀ ਬੇਨਤੀ ਹੈ, ਮੈਂ ਜਿਹੜੀ ਅਰਜ਼ ਕਰਨ ਲੱਗਾ, ਨੌਲੇਜ। ਹੁਣ ਉਹ ਗਿਆਨ, ਰੂਹਾਨੀਅਤ ਦੇ ਗਿਆਨ ਤੋਂ ਬਿਨਾਂ ਦੁਨੀਆ ਠੱਗੀ ਗਈ। ਅੱਜ ਮੇਰੇ ਮਨ ਸੀ ਕਿ ਦੇਖੋ ਸਾਡੀ ਬਾਡੀ 'ਚ ਜਦੋਂ ਗਿਣਤੀ ਕੀਤੀ ਗਈ ਇਹਦੇ ਅੰਗਾਂ ਦੀ, ਇਹ ਵੀ ਇੱਕ ਵੱਖਰਾ ਵਿਸ਼ਾ ਹੈ, ਕਿਉਂਕਿ ਜਿਤਨੀਆਂ ਬੰਦੇ ਦੀਆਂ ਇੰਦਰੀਆਂ ਬਾਹਰ ਮੁਖੀ ਵਾਸ਼ਨਾ 'ਚ ਜਾਣਗੀਆਂ ਜਿੱਦਣ ਵੀ, ਓਨਾ ਹੀ ਉਹਦੇ ਅੰਦਰ ਦਾ ਰਸ ਨਾਮ ਦਾ ਸੁੱਕਣ ਲੱਗ ਪਏਗਾ। ਬਸ ਸਿੱਧੀ ਜੀ ਗੱਲ, ਮੇਰਾ ਖਿਆਲ ਹੈ ਉਹ ਬੰਦੇ ਨੂੰ ਪੁੱਛਣਾ ਵੀ ਨਹੀਂ ਚਾਹੀਦਾ ਕਿਸੇ ਹੋਰ ਨੂੰ। ਕਈ ਵਾਰੀ ਕਹਿੰਦੇ ਆ ਜੀ ਪਹਿਲਾਂ ਬਾਣੀ ਪੜ੍ਹਦੇ ਸਾਂ ਬੜਾ ਸਵਾਦ ਸੀ ਜੀ, ਅੱਖਾਂ 'ਚੋਂ ਪਾਣੀ ਆਉਂਦਾ ਸੀ, ਇਹਨੂੰ ਮਜ਼ਾਕ 'ਚ ਨਹੀਂ ਲਿਜਾਣਾ, ਕਿੰਨਾ ਸਮਾਂ ਅੰਦਰ ਦਾ ਰਸ ਬਣਦਾ ਸੀ। ਅੱਜ ਉਹ ਨਹੀਂ ਰਿਹਾ। ਚੇਤੇ ਰੱਖਿਓ, ਬਾਣੀ ਹੋਵੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿੰਨੀਆਂ ਇੰਦਰੀਆਂ ਸਬਲ ਹੋਣਗੀਆਂ ਓਨੀ ਵਿਵੇਕ ਬੁੱਧੀ ਨਿਵਲ ਹੋ ਜਾਏਗੀ। ਹਜ਼ੂਰ ਨੇ ਬਾਣੀ 'ਚ ਬਚਨ ਵੀ ਕਹੇ, ਇੰਦਰੀ ਸਬਲ ਨਿਬਲ ਵਿਵੇਕ ਬੁੱਧ।
ਭਗਤ ਰਵਿਦਾਸ ਜੀ। ਹੁਣ ਆਹ ਤੁਕ ਨੂੰ ਬੰਦਾ ਸਮਝ ਲੈ, ਇੰਦਰੀ ਸਬਲ, ਇੰਦਰੀਆਂ ਤਾਕਤ ਵਾਲੀਆਂ ਹੋ ਗਈਆਂ, ਕਿਉਂਕਿ ਖਿੱਚ ਕੇ ਲੈ ਗਈਆਂ ਬੰਦੇ ਨੂੰ ਬਾਹਰ ਨੂੰ। ਨਿਬਲ ਵਿਵੇਕ ਬੁੱਧ, ਪਰ ਜਿਹੜੀ ਵਿਵੇਕ ਬੁੱਧੀ ਸੀ ਸੱਚੀ ਮੁੱਚੀ, ਉਹ ਨਿਬਲ ਬਲ ਤੋਂ ਰਹਿਤ ਹੋ ਗਈ। ਤੇ ਅੱਗੇ ਭਗਤ ਜੀ ਕਹਿੰਦੇ ਨੇ ਪਰਮਾਰਥ ਪ੍ਰਵੇਸ਼ ਨਹੀਂ। ਤੂੰ ਚਾਹੁੰਦਾ ਮੈਂ ਪਰਮਾਰਥ ਵਿੱਚ, ਸਪਿਰਿਚੁਅਲਿਟੀ ਵਿੱਚ ਪ੍ਰਵੇਸ਼ ਕਰਾਂ, ਕਿਵੇਂ ਪ੍ਰਵੇਸ਼ ਕਰੇਗਾ? ਕਿਉਂਕਿ ਤੇਰੀਆਂ ਇੰਦਰੀਆਂ ਤੇਰੇ ਉੱਤੇ ਹਾਵੀ ਹੋ ਗਈਆਂ। ਮੈਂ ਰਹਾਂਗਾ ਗਿਆਨ ਸ਼ਬਦ ਤੇ, ਨਾਨਕ ਮੁਝਸੇ ਗਿਆਨ ਵਿਖਾਉਣੀ, ਖਾਏ ਗਿਆ ਜਮਕਾਲ। ਹੁਣ ਸਾਡੀ ਬੋਡੀ 'ਚ 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ। ਇਹਦਾ ਸੰਬੰਧ ਵੀ ਗਿਆਨ ਨਾਲ ਹੈ। ਪਰ ਮੈਂ ਫਿਰ ਬੇਨਤੀ ਕਰਾਂ, ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਦਾ ਜ਼ਿਕਰ ਹੈ। ਇਹ ਸਾਰੀਆਂ ਗੱਲਾਂ ਦਾ ਜ਼ਿਕਰ ਜਿਹੜੇ 6 ਸ਼ਾਸਤਰ ਨੇ, ਸਾਂਖ ਸ਼ਾਸਤਰ ਵਿੱਚ ਇਹਦਾ ਜ਼ਿਕਰ ਬੜੀ ਡਿਟੇਲ ਨਾਲ ਕੀਤਾ ਗਿਆ। ਆ 5 ਤੱਤ, 5 ਕਰਮ ਇੰਦਰੇ, 5 ਗਿਆਨ ਇੰਦਰੇ, ਅੰਤਿਸ਼ੈ ਕਰਨ, 25 ਪ੍ਰਕਿਰਤੀਆਂ। ਅੱਗੇ ਇਹਨਾਂ ਦਾ ਜਿਹੜਾ ਪਰਿਵਾਰ ਹੈ, ਇਹਦਾ ਸਾਰਾ ਜ਼ਿਕਰ ਕੀਤਾ ਹੈ। ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਾਂਗਾ, ਇਹ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਨੇ। ਪਰ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਸੱਚੀ ਗੱਲ ਇਹ ਵੇ ਕਿ ਸਾਨੂੰ ਬੁਲਾਰੇ ਜਿਹੜੇ ਨੇ ਇਮੋਸ਼ਨਲ ਕਰਕੇ ਸਾਡਾ ਧਿਆਨ ਕਨਵਰਟ ਕਰਦੇ ਆ, ਉਹ ਦੂਜੇ ਪਾਸੇ ਖਿੱਚ ਕੇ ਲੈ ਜਾਂਦੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ 'ਚੋਂ ਜਦੋਂ ਅਸੀਂ ਗਿਆਨ ਇੰਦਰੀਆਂ ਦੀ ਗੱਲ ਕਰਨੇ ਆ, ਕਿਉਂਕਿ ਨਾਨਕ ਮੁਝਸੇ ਗਿਆਨ ਵਿਖਾਉਣੀ। ਹੁਣ ਗਿਆਨ ਇੰਦਰੇ ਕਿਹੜੇ ਨੇ? 5 ਜੀ। ਹਾਲਾਂਕਿ 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ ਨੇ। 5 ਕਰਮ ਇੰਦਰੀਆਂ ਦੇ ਵਿੱਚ ਸਾਡੇ ਹੱਥ ਨੇ, ਸਾਡੇ ਪੈਰ ਨੇ, ਸਾਡਾ ਮੂੰਹ ਹੈ, ਇਹ ਕਰਮ ਇੰਦਰਾ ਹੈ। ਜੀਭ ਕਰਮ ਇੰਦਰਾ ਨਹੀਂ, ਉਹ ਗਿਆਨ ਇੰਦਰਾ ਹੈ। ਸਾਡੇ ਹੱਥ ਨੇ, ਸਾਡੇ ਪੈਰ ਨੇ, ਸਾਡਾ ਮੂੰਹ ਹੈ, ਇਨਸਾਨ ਦੀ ਜਨਨ ਇੰਦਰੀ ਹੈ ਤੇ ਮਲ ਦੁਆਰੇ। ਇਹ 5 ਜਿਹੜੇ ਨੇ ਬੋਡੀ ਦੇ ਕਰਮ ਇੰਦਰੇ ਨੇ, ਇਹ ਕਰਮ ਕਰ ਰਹੇ ਨੇ। ਉਸ ਤੋਂ ਬਾਅਦ ਜਿਹੜੇ 5 ਗਿਆਨ ਇੰਦਰੇ ਨੇ, ਇਹਨਾਂ ਤੋਂ ਬਿਨਾਂ ਬਾਹਰ ਦਾ ਗਿਆਨ ਆ ਹੀ ਨਹੀਂ ਸਕਦਾ। ਸੱਚ ਇਹ ਵੇ, ਇਹ ਇੰਦਰੀਆਂ ਨੂੰ ਸਹੀ ਕੋਈ ਵਰਤਨ ਲੱਗ ਪਵੇ ਤੇ ਅੰਦਰ ਦੇ ਗਿਆਨ ਵਿੱਚ ਵੀ ਸਹਾਇਕ ਹੁੰਦੇ ਨੇ। ਇਹ ਗਿਆਨ ਇੰਦਰੀਆਂ ਵਿੱਚੋਂ 5 ਦੀ ਅਸੀਂ ਗਿਣਤੀ ਕਰ ਲੈਂਦੇ ਹਾਂ। ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਨੇ ਸਾਡੀਆਂ ਅੱਖਾਂ, ਸਾਡੇ ਨੇਤਰ। ਜੋ ਕੁਝ ਆਪ ਦੇਖਦੇ ਪਏ ਹੋ, ਇਸ ਦ੍ਰਿਸ਼ਟਮਾਨ ਦਾ ਗਿਆਨ ਜੇ ਕਿਸੇ ਨੇ ਪਹੁੰਚਾਇਆ ਤੇ ਸਾਡੀਆਂ ਅੱਖਾਂ ਨੇ ਪਹੁੰਚਾਇਆ ਹੈ। ਅੱਖਾਂ ਗਿਆਨ ਇੰਦਰਾਂ ਨੇ, ਕੰਨ ਸਾਡੇ ਗਿਆਨ ਇੰਦਰਾਂ ਨੇ। ਕੰਨਾਂ 'ਚੋਂ ਸ਼ਬਦ ਅਸੀਂ ਸੁਣੇ। ਸੱਚ ਇਹ ਵੇ, ਜੇ ਕਿਤੇ ਪਰਮਾਤਮਾ ਦਾ ਬਣਾਇਆ ਹੋਇਆ ਕੰਨ ਗਿਆਨ ਇੰਦਰਾ ਕੰਮ ਨਾ ਕਰੇ, ਇਹਦੇ ਨਾਲ ਦੂਜੇ ਗਿਆਨ ਇੰਦਰਾ ਆਪਣੇ ਆਪ ਡੈਡ ਹੋ ਜਾਂਦਾ। ਜਿਹਦੇ ਕੰਨ ਬੋਲੇ ਹੋਣਗੇ ਉਹ ਜਮਾਂਦਰੂ ਗੁੰਗਾ ਵੀ ਜ਼ਰੂਰ ਹੋਵੇਗਾ, ਕਿਉਂਕਿ ਕੰਨ ਨੇ ਗਿਆਨ ਦੇਣਾ ਸੀ ਬੋਲਣ ਨੂੰ। ਟੌਪਿਕ ਤੋਂ ਦੂਰ ਨਹੀਂ ਜਾਵਾਂਗੇ। ਨਾਨਕ ਮੁਝਸੇ ਗਿਆਨ ਵਿਖਾਉਣੀ, ਖਾਏ ਗਿਆ ਜਮਕਾਲ। ਕਿਹੜਾ ਗਿਆਨ ਜਿਹਦੇ ਕਰਕੇ ਠੱਗਿਆ ਗਿਆ? ਮੈਂ ਅਰਜ਼ ਕਰਾਂਗਾ, ਪਹਿਲੇ ਗਿਆਨ ਇੰਦਰਾ ਮੈਂ ਸ਼ਬਦ ਵਰਤਿਆ ਕਿ ਸਾਡੀਆਂ ਅੱਖਾਂ ਨੇ। ਇਹਨਾਂ ਅੱਖਾਂ ਦੇ ਰਾਹੀਂ ਸਾਡੇ ਅੰਦਰ ਬਹੁਤ ਗਿਆਨ ਜਾਂਦਾ। ਆ ਲਿਪੀ ਦੇ ਜਿਹੜੇ ਜਾਂ ਅੱਖਰ ਅਸੀਂ ਪੜ੍ਹਨੇ ਆ, ਲਿਪੀ ਪੜ੍ਹਨੇ ਆ, ਇਹ ਅੱਖਰ ਸਾਡੀਆਂ ਅੱਖਾਂ ਦੇ ਰਾਹੀਂ ਅੰਦਰ ਗਏ ਨੇ ਨਾ। ਠੀਕ ਹੈ, ਸਾਡੇ ਦਿਮਾਗ ਨੇ ਉਹਨੂੰ ਚੇਤੇ ਕੀਤਾ, ਪਰ ਅੱਖਰਾਂ ਦੀ ਬਣਤਰਤਾ ਸਾਡੀਆਂ ਅੱਖਾਂ ਨੇ ਅੰਦਰ ਪਹੁੰਚਾਈ। ਪਰ ਇਹਨਾਂ ਦੇ ਗਿਆਨ ਕੱਲਾ ਜੇ ਕੋਈ ਪੰਜਾਬੀ ਪੜ੍ਹਦਾ, ਇਹ ਅੱਖਾਂ ਪੰਜਾਬੀ ਤੱਕ ਸੀਮਿਤ ਨਹੀਂ। ਜਿਹੜਾ ਵੀ ਦ੍ਰਿਸ਼ ਆਪ ਜੀ ਇਹਨਾਂ ਨੂੰ ਦਿਖਾਓਗੇ, ਇੱਕ ਚਾਈਨੀਜ਼ ਭਾਸ਼ਾ 'ਚ ਲਿਖਿਆ ਹੋਇਆ ਜਾਂ ਉਹਨਾਂ ਦੀ ਲਿਪੀ 'ਚ ਲਿਖਿਆ ਕੋਈ ਕਿਤਾਬ, ਜੇ ਮੈਨੂੰ ਕਹੋਗੇ ਮੇਰੀਆਂ ਅੱਖਾਂ ਕਹਿਣਗੀਆਂ ਕੀ ਕਾਂਟੇ ਮਾਰੇ ਨੇ। ਤੇ ਜੇ ਉਹਦੀਆਂ ਅੱਖਾਂ ਨੂੰ ਮੇਰੀ ਤੁਸੀਂ ਲਿਪੀ ਦਿਖਾਓ ਤੇ ਆਪਣੀ ਲਿਪੀ ਅਸੀਂ ਦਿਖਾਈ, ਉਹ ਕਹੇਗਾ ਇਹ ਕੀ ਲਕੀਰਾਂ ਦੀਆਂ ਮਾਰੀਆਂ। ਨਹੀਂ, ਅੱਖਾਂ ਉਹਦੀਆਂ ਵੀ ਨੇ, ਅੱਖਾਂ ਮੇਰੀਆਂ ਵੀ ਨੇ। ਪਰ ਉਹਦੀਆਂ ਅੱਖਾਂ ਨੇ ਗਿਆਨ, ਜਿਹਨੂੰ ਆਪਾਂ ਕਾਂਟੇ ਕਹਿ ਰਹੇ ਹਾਂ, ਉਹ ਧਿਆਨ ਨਾਲ ਪੜ੍ਹਦਾ ਹੈ, ਕਿਉਂਕਿ ਉਹਦੀਆਂ ਅੱਖਾਂ ਨੂੰ ਇਹ ਗਿਆਨ ਹੈ, ਮੇਰੀਆਂ ਅੱਖਾਂ ਨੂੰ ਇਹ ਗਿਆਨ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਮੇਰੀਆਂ ਅੱਖਾਂ ਗੁਰਮੁਖੀ ਦੇ ਗਿਆਨ ਤੋਂ ਬਾਅਦ ਖਤਮ ਨੇ। ਇਹ ਗਿਆਨ ਇੰਦਰਾ ਹੈ ਪਿਆਰਿਓ, ਕੱਲਾ ਹੀ ਨਹੀਂ। ਸੱਚ ਇਹ ਵੇ, ਇਹ ਗਿਆਨ ਇੰਦਰਾ ਜਦੋਂ ਅਗਿਆਨਤਾ ਦਾ ਕੂੜਾ ਅੰਦਰ ਸੜਦਾ ਨਾ, ਹੈ ਗਿਆਨ ਇੰਦਰਾ, ਪਰ ਇਹ ਜਦੋਂ ਅਗਿਆਨਤਾ ਅੰਦਰ ਸੜਦਾ ਤੇ ਬੰਦੇ ਦੀ ਤਬਾਹੀ ਕਰ ਦਿੰਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ, 83% 83% ਮੈਂ ਸ਼ਬਦ ਵਰਤਾ, ਪ੍ਰਤੀਸ਼ਤ 83% ਬੰਦੇ ਦੇ ਅੰਦਰ ਦੀ ਵਾਸ਼ਨਾ ਜਿੰਨੀ ਵੀ, ਉਹ ਸਾਡੀਆਂ ਅੱਖਾਂ ਦੇ ਅੰਦਰ ਸੱਟੀ ਹੋਈ ਹੈ। ਗਿਆਨ ਇੰਦਰਾ, ਪਰ ਅਗਿਆਨ ਵੀ ਅੰਦਰ ਸੱਟ ਰਿਹਾ। ਫਿਰ ਬੇਨਤੀ ਕਰਾਂਗਾ, ਅੱਖਾਂ ਗਿਆਨ ਇੰਦਰਾ ਨੇ, ਕੰਨ ਗਿਆਨ ਇੰਦਰਾ ਨੇ। ਜੇ ਸ਼ਬਦ ਕੰਨ ਨੂੰ ਸਮਝ ਨਾ ਪੈਂਦਾ,
ਜੇ ਹੋਰ ਥੋੜਾ ਜਿਹਾ ਜਾਓਗੇ ਨਾ, ਕਦੀ ਮੌਕਾ ਮਿਲਿਆ ਸਿਰਫ ਬਾਡੀ ਦੀ ਆਪਾਂ ਜੇ ਗੱਲ ਕਰਾਂਗੇ। ਮੈਂ ਉਸ ਦਿਨ ਵੀ ਕਿਹਾ ਕਿ ਬਾਡੀ ਨੂੰ ਇੰਨਾ ਨਿੰਦੋ ਨਾ, ਕਿਉਂ ਅਸੀਂ ਪਿੱਛੇ ਪੈ ਗਿਆ ਡਾਂਗ ਲੈ ਕੇ, ਉਹ ਬਾਡੀ ਆ ਬਾਡੀ ਆ। ਇਹ ਗੁਰੂ ਸਾਹਿਬ ਕਹਿੰਦੇ ਨੇ ਤੂੰ ਇੱਕ ਪਾਸੇ ਕਹੀ ਜਾਂਦਾ ਵਡਭਾਗੀ ਮਿਲੀ, ਦੁਲੱਭ ਦੇ ਮਿਲੀ, ਤੇ ਦੁਲੱਭ ਦੀ ਇੰਨੀ ਬੇਇੱਜ਼ਤੀ ਕਰੀਦੀ ਹੁੰਦੀ। ਦੁਲੱਭ ਮਿਲੀ ਹੈ, ਅਸੀਂ ਸਾਰੇ ਮੰਨਦੇ ਹਾਂ, ਤੇ ਜਿੰਨੀ ਇਹਦੀ ਬੰਦਾ ਬੇਇੱਜ਼ਤੀ, ਖਾਸ ਕਰਕੇ ਮੈਂ ਬੇਨਤੀ ਕਰਾਂਗਾ ਸਿੱਖ ਇਹਨੂੰ ਸ਼ਬਦ ਮਹਿਸੂਸ ਨਾ ਕਰਿਓ, ਅਸੀਂ ਇਹਦੇ ਪਿੱਛੇ ਡਾਂਗ ਚੁੱਕ ਕੇ ਤੁਰੇ ਹੋਏ। ਇਹ ਦੇਹਧਾਰੀ, ਮੈਂ ਬੇਨਤੀ ਕਰਾਂਗਾ, ਮੈਂ ਉਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਗੁਰੂ ਘਰ ਵਿੱਚ ਆਦਿ ਕਾਲ ਤੋਂ ਸ਼ਬਦ ਦੀ ਮਹਾਨਤਾ ਹੈ, ਪਰ ਜਿਹੜੀ ਬਾਡੀ ਰੱਬ ਦੇ ਨਾਮ ਨਾਲ ਜੁੜ ਜਾਂਦੀ ਉਹਨੂੰ ਨਿੰਦੋ ਨਾ, ਕਿਉਂਕਿ ਉਹ ਬਾਡੀ ਵੀ ਪ੍ਰਵਾਨ ਹੋ ਜਾਂਦੀ ਹੈ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਹਾਲਾਂਕਿ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਸ਼ਾਰੋ। ਬਾਡੀ ਦਾ ਤੇ ਕਨਸੈਪਟ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਗਹਿਰਾ ਹੈ, ਬੜੇ ਕਮਾਲ ਦਾ ਇਹ ਵਿਸ਼ਾ ਹੈ ਬਾਡੀ ਦਾ। ਤੇ ਕਦੀ ਇਸ ਵਿਸ਼ੇ ਤੇ ਬਹੁਤ ਘੱਟ ਬੋਲਿਆ ਗਿਆ ਜੀ ਸਾਡੇ, ਕਿਉਂਕਿ ਅਸੀਂ ਜੇ ਪ੍ਰਮਾਣ ਸ਼ੁਰੂ ਕਰਨੇ ਆ, ਮਾਨਸ ਦੇ ਵਡਭਾਗੀ ਭਾਈ ਸ਼ਬਦ ਕਹਿ ਦਿੱਤਾ, ਮਾਨਸ ਜਨਮ ਦਲੰਭ ਹੈ। ਕਿਉਂ ਦਲੰਭ? ਇਹਦੇ 'ਚ ਹੈ ਕੀ ਕੁਝ? ਇੱਕ ਤਾਂ ਹੈ ਬਾਹਰ ਮੁਖੀ ਸਟਰਕਚਰ ਢਾਂਚਾ, ਇਹਨੂੰ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਇਹ ਸਟਰਕਚਰ ਹੈ ਨਾ ਜੀ। ਹਾਟ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ, ਇਹ ਢਾਂਚਾ ਜੇ ਵੀ ਬਾਡੀ। ਜੇ ਥੋੜਾ ਜਿਹਾ ਹੋਰ ਜਾਓ ਇਹ 'ਚ ਹੋਰ ਵੀ ਬਹੁਤ ਕੁਛ। ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਉਹ ਵੀ ਬਾਡੀ 'ਚ ਸਟਰਕਚਰ ਦੇ ਵਿੱਚ ਹੀ ਉਹ ਕੁਛ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ ਕੋ ਨਾ ਸੁਣੈ ਪੁਕਾਰਾ। ਜੇ ਇਸ ਤੋਂ ਅੱਗੇ ਨਿਕਲੀਏ ਤੇ ਬਾਣੀ 'ਚ ਸ਼ਬਦ ਹੁੰਦਾ ਹੈ ਕਿ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਇਹ ਵੀ ਬਾਡੀ। ਫਿਰ ਬੇਨਤੀ ਕਰਾਂ, ਧਿਆਨ ਨਾਲ ਸੁਣਿਓ, ਇਸੇ ਬਾਡੀ ਨੂੰ ਗੁਰੂ ਨੇ ਕਿਹਾ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਦੇਖੋ ਇਹ ਬੜਾ ਗਹਿਰਾ ਵਿਸ਼ਾ। ਕਦੋਂ ਫੁਰਨਾ ਕਦੋਂ ਬਣਦਾ, ਵਕਾਰ ਕਦੋਂ ਬਣਦਾ, ਕਿਵੇਂ ਮਨ ਵਿਚਾਰਾ ਤਰਲੇ ਲੈਂਦਾ ਪਿਆ। ਅਸੀਂ ਚਾਹੁੰਦੇ ਸਾਰੇ ਹਾਂ ਕਿ ਮਨ ਦੀ ਗੱਲ ਸ਼ੁਰੂ ਹੋਵੇ, ਪਰ ਮਨ ਇੰਨਾ ਚਲਾ ਕੇ ਇਹ ਇੰਨਾ ਕੁ ਭੈੜੀ ਸੰਗਤ 'ਚ ਬਹਿ ਚੁੱਕਾ ਹੈ, ਜਿੱਥੇ ਇਹਦੇ ਮਰਨ ਦੀ ਗੱਲ ਚੱਲਦੀ ਉੱਥੇ ਬੰਦੇ ਨੂੰ ਚੁਟਕੀ ਬਾਹਰ ਲੈ ਜਾਂਦਾ, ਉਹਦੇ ਵਿਰੋਧ ਕਰ ਦੇਗਾ। ਤੇ ਮੈਂ ਫਿਰ ਬੇਨਤੀ ਕਰਾਂਗਾ, ਧਿਆਨ ਨਾਲ ਸੁਣਿਓ, ਕਿ ਅੱਖਾਂ ਗਿਆਨ ਇੰਦਰਾ ਨੇ, ਪਰ ਜਦੋਂ ਅਗਿਆਨਤਾ ਦੀ ਹਨੇਰੀ ਅੰਦਰ ਸੜਦੀਆਂ ਨੇ ਤਬਾਹੀ ਹੋ ਜਾਂਦੀ। ਕੰਨ ਸਾਡੇ ਗਿਆਨ ਇੰਦਰਾ ਨੇ, ਜੇ ਇਹ ਸ਼ਬਦ ਨਾ ਸੁਣਦੇ ਤੇ ਜ਼ਬਾਨ ਨੂੰ ਬੋਲਣ ਦੀ ਕਿੱਥੇ ਜਾਚ ਆਉਂਦੀ। ਹਾਂ ਇਹ ਵੀ ਜ਼ਰੂਰ ਹੈ, ਜੇ ਅੱਖਾਂ ਨਾ ਗਿਆਨ ਇੰਦਰਾ ਕੰਮ ਕਰਨ, ਕੱਲੇ ਕੰਨ ਕੰਮ ਕਰਦੇ ਹੋਣ ਤੇ ਤਾਂ ਵੀ ਬੰਦੇ ਦਾ ਸਰ ਜਾਂਦਾ ਹੈ, ਕਿਉਂਕਿ ਕੰਨਾਂ 'ਚ ਗਿਆ ਹੋਇਆ ਸ਼ਬਦ ਜ਼ਿਹਨ ਵੀ ਚਲਾ ਜਾਂਦਾ ਹੈ। ਅੱਖਾਂ ਦੀ ਐਨਰਜੀ ਹੈ ਨਹੀਂ, ਤੇ ਉਹ ਜਿਹੜਾ ਸ਼ਬਦ ਅਸੀਂ 20 ਵਾਰੀ ਪੜ੍ਹ ਕੇ ਚੇਤੇ ਕਰਨੇ ਆ, ਜਿਹਦੀਆਂ ਅੱਖਾਂ ਨਹੀਂ ਉਹ 3 ਕੁ ਵਾਰੀ ਪੜ੍ਹੇ ਤੇ ਚੇਤੇ ਹੋ ਜਾਂਦਾ ਹੈ, ਕਿਉਂਕਿ ਉਹਦੇ ਕੋਲ ਅੱਖਾਂ ਦੇ ਖੰਡਾਅ ਵਾਲੀ ਐਨਰਜੀ ਖਤਮ ਹੋ ਚੁੱਕੀ ਹੈ। ਇਹੀ ਕਾਰਨ ਸੂਰਮੇ ਸਿੰਘ ਕਿੰਨੀ ਛੇਤੀ ਬਾਣੀ ਚੇਤੇ ਕਰਦੇ ਨੇ, ਉਹਨਾਂ ਨੂੰ ਰਾਹ ਨਹੀਂ ਭੁੱਲਦਾ। ਭਾਈ ਸਾਹਿਬ ਐਸਨ ਭਾਈ ਗੁਰਮੇਜ ਸਿੰਘ ਜੀ, ਪੂਰਾ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖ ਦਿੱਤਾ ਉਹਨਾਂ ਬਰੇਲ ਲਿਪੀ 'ਚ, ਕਿਉਂਕਿ ਅੱਖਾਂ ਦੀ ਐਨਰਜੀ ਬਾਹਰ ਖਿੰਡੀ ਨਹੀਂ ਹੋਈ। ਜਿਹੜੀ ਐਨਰਜੀ ਨੇ ਬਾਹਰ ਭਜਾਣਾ ਸੀ ਉਹ ਅੰਤਰਮੁਖੀ ਹੋ ਗਈ। ਉਹ ਕਹਿੰਦੇ ਨੇ ਕੋਈ ਗੱਲ ਨਹੀਂ, ਜੇ ਅੱਖਾਂ ਦੀ ਜੋਤ ਨਹੀਂ, ਪਰ ਉਸ ਐਨਰਜੀ ਦੀ ਵਰਤੋਂ ਇੰਨੀ ਜ਼ਿਆਦਾ ਕੀਤੀ ਜਾਂਦੀ, ਫਿਰ ਸਹੀ ਰਸਤੇ ਤੇ ਤੋਰ ਦਿੰਦੀ। ਮੈਂ ਅਰਜ਼ ਕਰਾਂ, ਅੱਖਾਂ ਗਿਆਨ ਇੰਦਰਾ ਨੇ, ਕੰਨ ਗਿਆਨ ਇੰਦਰਾ ਨੇ, ਸਾਡੀ ਜੀਭ ਗਿਆਨ ਇੰਦਰਾ ਹੈ। ਇਹ ਸਾਰਿਆਂ ਦੇ ਗੁਣ ਨੇ ਜਿਨ੍ਹਾਂ ਨੂੰ ਇਹ ਜਾਣਦੇ ਨੇ। ਅੱਖਾਂ ਰੂਪ ਦਾ ਗਿਆਨ ਇੰਦਰਾ ਨੇ, ਕੰਨ ਸ਼ਬਦ ਦਾ ਗਿਆਨ ਇੰਦਰਾ ਨੇ, ਜੀਭ ਸਾਡੀ ਜਿਹੜੀ ਹੈ ਇਹ ਰਸ ਦਾ ਗਿਆਨ ਇੰਦਰਾ ਹੈ। ਰੱਬ ਨੇ ਸੁਰਾਖ ਦਿੱਤੇ ਨੇ 2 ਨੱਕ ਨਾਸਕਾਂ। ਹਾਲਾਂਕਿ ਡਾਕਟਰ ਸਾਹਿਬ ਨੱਕ ਕੰਨ ਤੇ ਗਲੇ ਦਾ ਡਾਕਟਰ ਇੱਕੋ ਹੀ ਹੈ ਨਾ। ਨੱਕ ਵਿੱਚ ਵੀ 2 ਸੁਰਾਖ, ਕੰਨ ਵਿੱਚ ਵੀ 2 ਸੁਰਾਖ, ਤੇ ਗਲਾ ਵੀ ਤੇ ਇੱਕ ਸੁਰਾਖ ਹੈ ਨਾ, 3 ਸੁਰਾਖਾਂ ਦਾ ਜੀ। ਪਰ ਕਮਾਲ ਦੀ ਗੱਲ, ਕਦੀ ਇਹ 3 ਦਾ ਸਿਸਟਮ ਅੰਦਰੋਂ ਇੱਕ ਇਹੀ ਹੈ ਨਾ ਜੀ, ਪਰ ਕਦੀ ਨੱਕ ਦੀਆਂ ਆ 2 ਮੋਰੀਆਂ ਕੋਲ ਸ਼ਬਦ ਲਾ ਕੇ ਕਹੋ ਇਹ ਕਦੀ ਸੁਣ ਸਕੇਗਾ? ਕੰਨ ਦੀ ਮੋਰੀ ਦੇ ਕੋਲ ਫੁੱਲ ਲਾਓ ਤੇ ਸੁਗੰਧੀ ਲੈ ਸਕੇਗਾ? ਪਰਮਾਤਮਾ ਦੀ ਦੇਖੋ ਅਦਭੁਤ ਖੇਡ ਹੋਏ। ਗਿਆਨ ਇੰਦਰੇ ਫਿਜ਼ੀਕਲ ਤੌਰ ਤੇ ਅੰਦਰੋਂ ਸਿਸਟਮ ਇੱਕ ਚੱਲਦਾ ਪਿਆ, ਪਰ ਕੰਨ ਵੱਖਰੇ ਗਿਆਨ ਇੰਦਰਾ ਨੇ, ਨੱਕ ਵੱਖਰੇ ਨੇ, ਜੀਭ ਵੱਖਰੀ ਹੈ। ਬੇਨਤੀ ਕਰਾਂਗਾ, ਉਸ ਤੋਂ ਬਾਅਦ ਸਾਡਾ 5ਵਾਂ ਗਿਆਨ ਇੰਦਰਾ ਹੈ ਸਾਡੀ
ਤੁਚਾ ਚਮੜੀ ਸਕਿਨ, ਇਹ ਸਾਡਾ ਗਿਆਨ ਇੰਦਰ ਹੈ। ਇਹਨਾਂ 5 ਗਿਆਨ, ਇਹ ਬੇਨਤੀ ਹੈ ਵੀ ਇਹਨੂੰ ਇਹ ਨਾ ਸਮਝੋ ਕਿਹੜੀਆਂ ਗੱਲਾਂ ਸ਼ੁਰੂ ਹੋ ਗਈਆਂ। ਮੈਂ ਅਰਜ਼ ਕਰਨੀ ਚਾਹੁੰਦਾ ਗਿਆਨ ਦੇ ਅਰਥ ਕੀ ਸਨ ਗੁਰੂ ਘਰ 'ਚ। ਹੁਣ ਇਹ ਵੀ ਗਿਆਨ ਇੰਦਰੇ ਨੇ, ਇਹ 5 ਦਾ ਕਿੰਨਾਂ ਦਾ ਗਿਆਨ ਲੈਂਦੇ ਨੇ? ਇਹ ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ, ਇਹਨਾਂ 5 ਦਾ ਗਿਆਨ ਜਿਹੜੇ ਜਾਣਦੇ ਨੇ ਉਹ ਸਾਡੇ ਇਹ 5 ਗਿਆਨ ਇੰਦਰੇ ਨੇ। ਮੈਂ ਬੇਨਤੀ ਕਰਾਂ, ਇਨਸਾਨ ਕੋਲ ਨੌਲੇਜ ਹੈ ਨਾ ਗਿਆਨ ਇੰਦਰਿਆਂ ਰਹੀ, ਪਰ ਅੱਗੇ ਮਨ ਨੇ ਪਾਲਣਾ ਨਹੀਂ ਕੀਤੀ, ਅਨੁਭਵ 'ਚ ਨਹੀਂ ਉਤਰ ਸਕਿਆ। ਜ਼ਬਾਨ ਨੇ ਸ਼ਬਦ ਚੇਤਾ ਕਰ ਲਿਆ, ਪਰ ਮਨ ਅਨੁਭਵ 'ਚ ਨਹੀਂ ਉਤਰਿਆ। ਗੁਰੂ ਗ੍ਰੰਥ ਸਾਹਿਬ 'ਚੋਂ ਆਓ ਪੁੱਛੀਏ, ਮਹਾਰਾਜ ਗਿਆਨ ਕੀ ਹੈ? ਕਬੀਰ ਸਾਹਿਬ ਵੇਦ ਪਾਠੀ ਨਹੀਂ, ਕਬੀਰ ਸਾਹਿਬ ਮੰਦਰ 'ਚ ਆਰਤੀ ਉਤਾਰਨ ਵਾਲੇ ਨਹੀਂ। ਉਹਨਾਂ ਦਾ ਇੱਕ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਕਿਹੜਾ ਗਿਆਨ? ਉਹਦੇ ਵਿੱਚੋਂ ਸ਼ਬਦ ਵਰਦੇ ਨੇ, ਆਓ ਲੋਕੋ ਮੇਰੇ ਅੰਦਰ ਇੱਕ ਹਨੇਰੀ ਆ ਗਈ। ਗੌੜੀ ਰਾਗ ਦਾ ਸ਼ਬਦ ਹੈ ਜੀ। ਕਿਹੜਾ ਗਿਆਨ ਜਿਹਦੇ ਤੋਂ ਬਿਨਾਂ ਦੁਨੀਆ ਠੱਗੀ ਗਈ? ਉਹ ਕਬੀਰ ਸਾਹਿਬ ਦਾ ਸ਼ਬਦ ਹੈ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਜਿਸ ਗਿਆਨ ਤੋਂ ਵਿਹੂਣੀ ਦੁਨੀਆ ਠੱਗੀ ਗਈ, ਉਹ ਕਹਿੰਦੇ ਨੇ ਦੇਖੋ ਲੋਕੋ ਗਿਆਨ ਦੀ ਹਨੇਰੀ ਆ ਗਈ। ਤੇ ਉਹਨਾਂ ਨੇ ਉਦਾਹਰਨ ਲਈ ਹੈ ਇੱਕ ਛੱਪਰ ਦੀ, ਇੱਕ ਝੌਂਪੜੀ ਦੀ, ਇੱਕ ਕੱਖਾਂ ਦੀ ਕੁੱਲੀ ਦੀ। ਉਂਝ ਸ਼ਬਦ ਇੱਕ ਵਰਤਿਆ ਉਹਨਾਂ ਨੇ, ਟਾਟੀ। ਮੈਂ ਫਿਰ ਬੇਨਤੀ ਕਰ ਦਿਆਂਗਾ, ਸ਼ਬਦ ਬੜੇ ਗਹਿਰੇ ਨੇ। ਜਿਹੜਾ ਤੁਸੀਂ ਬਾਥਰੂਮ ਵਾਸਤੇ ਵੀ ਸ਼ਬਦ ਵਰਤਦੇ ਹੋ ਨਾ, ਮੈਨੂੰ ਬਖਸ਼ ਦਿਆ ਜੇ, ਟਾਟੀ ਸ਼ਬਦ ਬਿਸ਼ਟਾ ਦਾ ਅਰਥ ਨਹੀਂ। ਅਸਲ 'ਚ ਸ਼ਬਦ ਵਰਤੋਂ 'ਚ ਨਹੀਂ ਸਹੀ ਤਰੀਕੇ ਨਾਲ ਕੀਤਾ ਗਿਆ। ਟਾਟੀ ਦਾ ਆਖਰੀ ਅਰਥ ਹੁੰਦਾ ਖਿੜਕੀ, ਜਾਂ ਟਾਟੀ ਦਾ ਆਖਰੀ ਅਰਥ ਹੁੰਦਾ ਕਿ ਇੱਕ ਛੱਪਰ ਦਾ ਬਣਿਆ ਹੋਇਆ ਓਟ ਆਸਰਾ। ਇਹਦੇ ਤੋਂ ਫਿਰ ਸ਼ਬਦ ਬਣ ਗਿਆ, ਲੋਕੀ ਆਸਰਾ ਕਰਕੇ ਓਟ ਕਰਕੇ ਬਹਿੰਦੇ ਸਨ। ਉਹ ਅਸਲ 'ਚ ਸਮਝ ਹੀ ਨਹੀਂ ਸਕੇ ਵੀ ਇਹ ਸ਼ਬਦ ਟਾਟੀ ਜਿਹੜਾ ਇਹ ਛਪਰੀ ਵਾਸਤੇ ਵੇ, ਪਰ ਕਿ ਜਿਸ ਚੀਜ਼ ਦੀ ਓਟ ਲਈ ਉਹ ਬੰਦੇ ਨੇ ਆਪਣੀ ਬੋਡੀ ਵਾਸਤੇ ਵਰਤਣਾ ਸ਼ੁਰੂ ਕਰਤਾ। ਫਿਰ ਮੈਂ ਬੇਨਤੀ ਕਰਾਂ, ਉਹ ਕਹਿੰਦੇ ਨੇ ਕਿ ਛੱਪਰ ਬਣਿਆ। ਕੀ ਹੈ? ਗਿਆਨ ਦੀ ਹਨੇਰੀ ਨੇ ਕੀ ਕੁਝ ਕੀਤਾ? ਕਹਿੰਦੇ ਛੱਪਰ ਬਣਿਆ। ਤੁਸੀਂ ਸਾਰੇ ਜਾਣਦੇ ਹੋ, ਕਿਉਂਕਿ ਇਹਨਾਂ ਸ਼ਬਦਾਂ ਦੇ ਅਰਥ ਮਾਡਰਨ ਤਰੀਕੇ ਨਾਲ ਨਹੀਂ ਹੋਣੇ, ਫਿਰ ਵੀ ਸਾਨੂੰ ਆਪਣੇ ਪਿਛੋਕੜ ਜਾਣਾ ਪਏਗਾ। ਹੁਣ ਇੱਕ ਛੱਪਰ ਜਦੋਂ ਬਣਾਉਂਦੇ ਸਾਂ, ਉਹਦੇ ਉੱਤੇ ਇੱਕ ਵਲਾ ਪਾਉਂਦੇ ਸਾਂ, ਸ਼ਤੀਰ ਕਹਿੰਦੇ ਸਨ ਨਾ, ਵਲਾ ਪਾਣਾ। ਉਸ ਵਲੇ ਦੇ ਥੱਲੇ 2 ਥੰਮੀਆਂ ਦਿੱਤੀਆਂ ਹੁੰਦੀਆਂ ਸਨ, ਘੱਟੋ ਘੱਟ 2 ਥੰਮੀਆਂ ਉੱਤੇ ਵਲਾ, ਵਲੇ ਦੇ ਉੱਤੇ ਛੱਪਰ, ਤੇ ਉਹਦੇ ਥੱਲੇ ਫਿਰ ਘਰ ਦਾ ਸਾਜੋ ਸਮਾਨ ਰੱਖਿਆ ਹੁੰਦਾ ਸੀ। ਤੇ ਜਿਹੜੀ ਉਹ ਟਾਟੀ ਸੀ, ਉਹਨੂੰ ਰੱਸੀਆਂ ਦੇ ਨਾਲ ਘੁੱਟ ਕੇ ਛਪਰੀ ਨੂੰ ਬੰਨਿਆ ਹੁੰਦਾ ਸੀ। ਇਹੀ ਨਾ 3-4 ਚੀਜ਼ਾਂ, ਇੱਕ ਰੱਸੀਆਂ, ਦੂਜੇ 2, ਇੱਕ ਵਲਾ, 2 ਥੰਮੀਆਂ, ਥੱਲੇ ਪਿਆ ਹੋਇਆ ਸਮਾਨ। ਕਹਿੰਦੇ ਨੇ ਉਹ ਦੇਖੋ ਪਰਮਾਤਮਾ ਦੀ ਖੇਡ ਵਾਪਰੀ। ਗੁਰੂ ਦੇ ਸ਼ਬਦ ਨੇ ਮੇਰੇ ਅੰਦਰ ਹਨੇਰੀ ਪੈਦਾ ਕਰ ਦਿੱਤੀ। ਸਭ ਤੋਂ ਪਹਿਲੀ ਗੱਲ, ਜਿਹੜੀ ਕੁੱਟ ਕੇ ਬੰਨੀ ਕੋਈ ਛਪਰੀ ਸੀ, ਇੰਨੀ ਤੇਜ਼ ਹਵਾ ਹੋਈ ਛਪਰੀ ਉੱਡ ਪੁੱਡੀ ਗਈ। ਕਹਿੰਦੇ ਉਸ ਤੋਂ ਬਾਅਦ ਜਿਹੜੀਆਂ 2 ਥੰਮੀਆਂ ਸਨ, ਉਹ ਵੀ ਥੜਾ ਕਰਕੇ ਥੱਲੇ ਡਿੱਗੀਆਂ। ਜਦੋਂ ਥੰਮੀਆਂ ਡਿੱਗੀਆਂ ਤੇ ਉੱਪਰ ਵਾਲਾ ਸ਼ਤੀਰ ਵੀ ਥੱਲੇ ਡਿੱਗਾ। ਥੱਲੇ ਜਿਹੜੇ ਪਏ ਭਾਂਡੇ ਸਨ ਉਹ ਚਕਨਾ ਚੂਰ ਹੋ ਗਏ। ਕਹਿੰਦੇ ਉਦੋਂ ਬਾਅਦ ਫਿਰ ਮੀਂਹ ਪਿਆ, ਹਨੇਰੀ ਨੇ ਸਭ ਕੁਝ ਉਡਾ ਦਿੱਤਾ। ਉਦੋਂ ਬਾਅਦ ਮੀਂਹ ਪਿਆ, ਮੀਂਹ ਇੰਨੇ ਜ਼ੋਰ ਦਾ ਪਿਆ, ਸਭ ਕੁਝ ਭਿੱਜ ਗਿਆ, ਸਾਫ਼ ਹੋ ਗਿਆ। ਕਹਿੰਦੇ ਮੀਂਹ ਹਟਣ ਤੋਂ ਬਾਅਦ ਫਿਰ ਸੂਰਜ ਨਿਕਲਿਆ, ਤੇ ਕਮਾਲ ਦੀ ਗੱਲ, ਛਪਰੀ ਤਾਂ ਨਾ ਰਹੀ, ਹਰ ਪਾਸੇ ਚਮਕ ਹੀ ਚਮਕ ਦਿਸਣ ਲੱਗ ਪਈ। ਇਹਨੂੰ ਥੋੜੇ ਜਿਹੇ ਭਾਵ ਅਰਥ ਦੇ ਲਈਏ, ਕੀ ਇਹ ਕਹਾਣੀ ਹੈ ਸਾਰੀ। ਭਗਤ ਜੀ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ। ਕਿਤਾਬਾਂ ਪੜ੍ਹ ਕੇ ਨਿਕਲੀ, ਸਿਮਰਨ ਕਰਦਿਆਂ ਕਰਦਿਆਂ, ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ, ਗੁਰੂ ਗੁਰੂ ਪੁਕਾਰਦਿਆਂ ਅੰਦਰ ਇੱਕ ਰੂਹਾਨੀਅਤ ਦੀ ਹਨੇਰੀ ਆ ਗਈ। ਸਭ ਉਟਾਨੀ ਭਰਮ ਕੀ ਟਾਟੀ, ਜਿਹੜੇ ਮੇਰੇ ਅੰਦਰ ਭਰਮ ਪਏ ਹੋਏ ਸਨ। ਭਰਮ ਸ਼ਬਦ ਵੀ ਬੜਾ ਗਹਿਰਾ ਹੈ। ਜਿਹੜੇ ਅੰਦਰ ਭਰਮ ਪਏ ਸਨ, ਇਹ ਚੰਗਾ ਇਹ ਮੰਦਾ, ਸੱਚੀ ਮੁੱਚੀ ਭਰਮ ਹੀ ਜਦੋਂ ਧਰਮ ਬਣ ਜਾਂਦਾ ਹੈ ਤੇ ਉਦੋਂ ਲੋਕ ਖੁਦ ਹੀ ਭਟਕ ਜਾਂਦੇ ਹੁੰਦੇ ਨੇ। ਭਰਮ ਪੈ ਗਿਆ, ਉਹ ਭਰਮ ਸਾਰੇ ਖਤਮ ਹੋ ਗਏ। ਉਂਝ ਭਰਮ ਦੇ ਆਖਰੀ ਅਰਥ ਨੇ ਕਿ ਜਿਸ ਚੀਜ਼ ਨੂੰ ਅਸੀਂ ਵੇਖਦੇ ਕੁਛ ਹੋਈਏ ਤੇ ਨੇੜੇ ਜਾਈਏ ਤੇ ਕੁਝ ਹੋਰ ਨਜ਼ਰ ਆਏ, ਇਹ ਭਰਮ ਹੈ। ਸੜਕ ਤੇ ਦੂਰੋਂ ਇੰਜ ਲੱਗਦਾ ਗਰਮੀ 'ਚ ਪਾਣੀ ਤੁਰਿਆ ਆ ਰਿਹਾ, ਪਰ ਨੇੜੇ ਜਾਈਏ ਤੇ ਕੱਲੀ ਤਪਸ਼ ਹੋਵੇ, ਪਾਣੀ ਹੋਵੇ। ਚਮਕਦੀ ਕੋਈ ਰੇਤ ਪਾਣੀ ਦਿਸੇ, ਪਰ ਨੇੜੇ ਜਾਓ ਪਾਣੀ ਹੈ ਨਹੀਂ, ਭਰਮ ਹੈ। ਕਹਿੰਦੇ ਜਿਹੜਾ ਇਹ ਭਰਮ ਮੇਰੇ ਸੀ, ਇਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ, ਮਾਧੋ ਕਿਆ ਕਹੀ ਹੈ ਭਰਮ ਐਸਾ,
माधवे क्या कहिए भरम ऐसा, जैसा मानिए होए ना तैसा। भरम सब तो पहला ज्ञान ने मेरे भरम चुक दिता। मेरा भरम सी मैं शरीर खां, ज्ञान दी हनेरी ने क्या नहीं तू शरीर नहीं, ऐसे कर हम बहुत गसाए जब हम राम गर्भ होए आए। ए तू शरीर नहीं। मेरे भरम ने क्या ये मेरा परिवार है, पर जदों ज्ञान दी हनेरी आई उन्हें कह दिता नहीं पूर्व जन्म के मिले संजोगी अंत को ना सहाई। एक है समझ पै जानी ज्ञान दी, ज्ञान रखी। मेरे भरम ने क्या आ परिवार आ संसार जो कुछ कमाया मेरा, ते जदों गुरु दे ज्ञान दी हनेरी झुली उन्हें कह दिता नहीं नहीं तेरे तो पहला भी बहुत दुनिया तो हो चुके ने, लंका गढ़ सोने का भया मूर्ख रावण क्या ले गए। ये भरम जे देखोगे डिटेल नाल बड़ा भरम की टाटी जड़ी भरम दी छपड़ी सी शरीर मेरा, पता लगा नहीं ये भरम है जो दिस रहा इन्हें कल नूं दिसना नहीं। मेरी फिर बेनती सुनियो, भरम का अर्थ है जो कुछ मन्ने। हुण असी बैठे हैं, ज़्यादा दूर ना जाओ। अपनियां फोटो जिहड़ा हर साल खिंचदा है ना, अपनी फोटो नहीं साल बाद खिंच के देख लिया करो कि ये भरम नहीं जिहड़ा पहले साल चेहरा से अगले साल हो रहा ही नहीं, वो कित्थे चला गया चेहरा, क्योंकि असी भरम नूं सच मन्नी बैठे हैं। सतगुरु कहते जदों ज्ञान आउंदा सब तो पहला भरम टुटदा है, शरीर मेरा नहीं, परिवार मेरा नहीं, संसार मेरा नहीं। सब तो पहली गल समझ पैंदी है कि मैं आत्म शहजादा हाँ, मैं राम की अंश हाँ। भरम की टाटी जड़ी सी उड़ गई। देखो भाई ज्ञान की आई आंधी सब उडानी, भ्रम की टाटी रहे ना माया बांधी। जिथे भरम उत्थे माया। मैं फिर बेनती करा, माया दे अर्थ बिल्कुल करंसी नहीं मैं करदा हुंदा। माया दे अर्थ ने अंदर दा ओ फुरना। फिर सुनियो, माया दा अर्थ है अंदर दा ओ ख्याल कि जेड़ा किसी चीज़ नूं वेख के रब भुल जाए, दूजा भाव पैदा हो जाए, वो माया ही है। ये माया जित हर विसरै मोह उपजै भाओ दूजा लाया। ਜਿਹੜੀ माया च अंदर टाटी या छपरी बनी सी हनेरी ने उड़ा दी। देखो भाई ज्ञान की आई आंधी सब उडानी, भ्रम की टाटी रहे ना माया बांधी। हुण दो चित्ते की दो थून गिरानी। थून दा अर्थ समझ गए ना, थमियां। दुचित्तापन सच्ची मुच्ची सब तो ज़्यादा खतरनाक है जिहड़ा बंदा दुबदा च पै गया। जिहड़ा दुचित्ते च ना वो बंदा सच्ची गल जे कामयाब नहीं हो सकता। अज इधर कल नूं इधर, फिर इधर आए फिर छड़ के उधर। बहुत सारे लोग मैं कहना अपनी जिंदगी का बहुत टाइम दुचित्तेपन च गवा देंदे ने। अज फलाना बंदा बस ये कोल ताते जी, सच्ची गल है गुरु नेड़े लगती कोई नहीं। अनायत शाह के दर ते बुला गया समझन ले। बुला सी सैयद ते अनायत शाह उहदा मुरशद अराई। हुण बुले ने अनायत शाह नूं मन तां लिया अराई नूं, पर पता सी भी इहदी ज़ात मेरे बराबर नहीं। रस्ते च तुरिया आवे ते गली च नीवी पाई, कदी खब्बे नूं हो जाए कदी सज्जे नूं, सज्जे तो फिर खब्बे नूं। इन्नी देर नूं भंगण आ गई। भंगण शब्द वरतना, सिर ते उन्हें कूड़ा चुकिया, गोया चुकिया ते गंदा पानी डिगे पिया। हुण बुल्ला कदी खब्बे हुंदा कदी सज्जे हुंदा, वो चाहती है भी किते ਇਹਦੇ ਤੇ ਛਿੱਟਾ ਨਾ ਪੈ ਜਾਣ। ਉਹਨੇ ਇੱਕੋ ਆਵਾਜ਼ ਦੂਰੋਂ ਦਿੱਤੀ, ਵੇ ਬੁੱਲਿਆ ਜਾਂ ਖੱਬੇ ਹੋ ਜਾ ਜਾਂ ਸੱਜੇ ਹੋ ਜਾ, ਜਿਹੜੇ ਦੋ ਪਾਸੇ ਚੱਲਦੇ ਨੇ ਉਹਨਾਂ ਤੇ ਛਿੱਟਾਂ ਪੈ ਜਾਂਦੀਆਂ ਹੁੰਦੀਆਂ ਨੇ। ਉਹਨੇ ਉੱਥੇ ਮੱਥਾ ਟੇਕ ਕੇ ਕਿਹਾ, ਕਹਿੰਦਾ ਬਸ ਇੱਕ ਪਾਸੇ ਚੱਲਾਂਗਾ। ਉਹ ਅਰਥ ਹੋਰ ਕਰ ਰਿਹਾ ਸੀ, ਉਹ ਦੁਚਿੱਤੀ ਚਾਹ ਰਿਹਾ ਸੀ। ਸੱਚੀ ਗੱਲ ਸੀ ਵੀ ਦੁਚਿੱਤੀ ਚਾਹ ਮਹੀਨਾ ਕੋਈ ਚੰਗਾ ਅਭਿਆਸ ਕਰਦਾ। ਫਿਰ ਕਹਿੰਦਾ ਯਾਰ ਇੰਨਾ ਚਿਰ ਹੋ ਗਿਆ ਕੁਝ ਗੱਲ ਬਣੀ ਤੇ ਨਹੀਂ, ਛੱਡ ਦੇ ਹੁਣ ਦੂਜੀ ਬਾਣੀ ਸ਼ੁਰੂ ਕਰ ਦੇ। ਮੈਨੂੰ ਬੇਨਤੀ ਮੇਰੀ ਹੈ, कई बंदे तो इस तरह जिंदगी कढ़ते पे ने। हुण आ शब्द पढ़ लिया, मन उहदे च भी टिकिया, दूजे पासे भज गए। नहीं नहीं, दुचित्तापन अज्ञानता है, सिर्फ एक पासा। सतगुरु कहते हैं जदों ज्ञान की हनारी आई, जिहड़ा दुचित्तापन सी दुबदा सी, मेरे गुरु ने इन्नी कृपा की, ये छपरी खलोती सी दुचित्ते दियां थमियां ते उस ज्ञान की हनेरी ने थमियां पट के बाहर मारियां। हुण दुचित्तापन है ही नहीं, बस हुण इक्को ही गल है, साहिब मेरा एको है भाई एको है। हुण दुचित्तापन नहीं, स्वामी को गृह ज्यों सदा स्वाम तजत नहीं नित।
नानक ए विद हर भजो एक मन होए एक चेतन, कोई दुचित्तापन नहीं। अब हम चली ठाकुर पे हार, जब हम शरण प्रभु की आई, राख प्रभु पावे मार। लोकन की चतुराई उपमा, हुण मैं क्यों दुचित्ते पंच पवां? मैं तां बेनती कीती पाई, ज्ञान दे अर्थ नॉलेज नहीं करने। अगे होर असीं बाणी च टुब्बी मारांगे, मिलेगा ज्ञानी कौन है? सतगुरु कहंदे ने लोगन की चतुराई उपमा ते बैसंतर जार। कोई भला कहो, अगे जुतिचापन सी, दो चित्ता सी। जे किसी ने कह देना तू बड़ा चंगा, रात नूं नींदर ना पैनी। जे किसी ने कह देना तू बड़ा माड़ा है, रात नूं सच्ची गल सूलां दी तरह चुभी जाण। हुण बुरा कहे क्यों, भला कहे क्यों? क्योंकि दुचित्ते दियां थमियां पट्टियां गईयां। लोकन की चतुराई उपमा दे बैसंतर जार। कोई भला कहो भावें बुरा कहो, हम तन दियोग है ढार। मैं बेनती करांगा, जदों किसे अंदर सिमरना ही ज्ञान पैदा हुंदा है। मैं इत्थे एक बार अर्ज करके गया सां, मैं शब्द रिपीट कर लगा, मैनूं छेती भुलदे नहीं हुंदे की बोलिया इत्थे। मैं अर्ज कीती सी, धर्म इंजैक्शन नहीं, धर्म एजुकेशन है। एक बार इत्थे कहा सी, इंजैक्शन बाहरों दिता जाता है, एजुकेशन का अर्थ तालीम नहीं। ठीक है, चलो साडियां किताबां च एजुकेशन का अर्थ सिੱਖਿਆ। उंज तुसी जेड़े अंग्रेजी दे माहिर हो, इस शब्द बारे ध्यान नाल देखोगे तो एजुकेशन का अर्थ है अंदर तो बाहर नूं खिंचना, खिंचना अंदर तो बाहर नूं लियाउणा। आ जिन्ना गुरु ग्रंथ साहिब है सच्ची मुच्ची अंदर तो बाहर नूं आया होया ज्ञान है। बाबा जी कहंदे ने, मरदानिया छेड़ रबाब बाणी आई है। वो अंदर जिहड़ा ज्ञान सी वो बाहर प्रगट होया। ते इंजैक्शन हुंदा है, मेरे बाप ने क्या मैं मनना है, ठीक है चलदा काम। पर असल च जिहड़ा धर्म है वो अंदरों निकलदा है। जिन्ने दुनिया दे ग्रंथ ने प्यारिओ, ये इंजैक्शन जिहड़े लोग कहंदे ना बाणी जी वेदां दा तत्त है जी, ये ते फलाने ग्रंथां दा सार है जी, पर गुरु ग्रंथ साहिब नूं पढ़ो। गुरु अर्जुन देव कहंदे नहीं, हर दुनिया दा रूहानियत दा ज्ञान ये एजुकेशन सिमरन चो अंदरों पैदा होया है। हर सिमरन कर भगत प्रगटाए, हर सिमरन लग बेद उपाए, हर सिमरन पै सिद्ध जति दाते, हर सिमरन नीच चौं कुंट जाते। अंदरों निकले उतर जदों ज्ञान आया, पहली गल आ जिहड़ा दुचित्तापन सी उड गया, भरम खत्म हो गया। हुण जदों थमियां डिगण गियां ते उपर वाला शतीर बाजूगा? किवें अज्ञानता दी छपड़ी टुटदी? थमियां दुचित्ते दियां डिगियां ते शतीर पता काहदा पिया सी? मोह दा। मोह बलेडा टूटा, बलेडा अर्थ वाला, शतीर मोह दा शतीर पिया सी। जदों दुचित्तापन गया, सच्ची मुच्ची मोह उदन ही टुट गया। हुण जिथे शतीर डिगा, शतीर भारा बड़ा सी, थल्ले भांडे पए सन। वो शतीर डिगन दी देर है, थल्ले दुरमत दे भांडे पए सन, सारे दे नाल ही टुट गए। एक है ज्ञान दी खनेरी आवे, अंदरों भटकना मुक जाए, दुचित्तापन मुक जाए, भरम मुक जाए, मोह खत्म हो जाए। मैं अगली बेनती करांगा, ज्ञानी कौन ने? दुचित्तापन, मोह, दुरमत का नाश हो जाए। इस सब कांसे तो बाद जदों ये अज्ञानता का छप्पर टुट गया, उड गया, उदों बाद फिर रूहानियत का मींह वरसिया, उदों बंदगी का मींह वरसिया जी अंदर। उस ज्ञान की गल गुरु नानक साहब कर रहे हैं कि अंदर का ज्ञान नहीं, ये भरम च भुले हुए ने रासतारी, ये खुद मोह च फसे ने, ये दुचित्ते पंच ने, ये भरम च डिगे हुए ने। ये बाहरों की किसी नूं देणगे, क्योंकि ज्ञान तो भी हुणे खुद ठगे गए। ये सारा शब्द मैं पढ़ देना, देखो भाई ज्ञान की आई आंधी, सब उडानी भ्रम की टाटी रहे ना माया बांधी। अर्थ असीं कर दिते ने। फिर मेरी बेनती प्लीज़, गुरु ग्रंथ साहिब के गूढ़े शब्दां नूं जरूर वाचो। जीवन जे कमाना है तां सब उठानी भ्रम की टाटी रहे ना माया बांधी, दो चित्ते की दो थून गिरानी, मोह बलेडा टूटा, तिशना शान भरी तर ऊपर दुरमत भांडा फूटा। हुण सारियां चीज़ां खत्म हो गई। आंधी पाछे जो जल बरखा, हुण मींह वरसिया। वो की मींह सी? उहनूं गुरु ने कहा, वो जांदियां सारे नूं चलो भाई साहब कीर्तन करनगे, असीं सुनांगे, मैं शब्द बोलांगा सुनांगे, असीं स्टेज ते कह देंगे,
ਝਿਮ ਝਿਮ ਵਰਸੈ ਅੰਮ੍ਰਿਤਾਰਾ, ਨਹੀਂ। ਜਿੰਨੀ ਦੇਰ ਤੱਕ ਭਰਮ ਦੀ ਛਪਰੀ ਨਹੀਂ ਉੱਡਦੀ ਓਨੀ ਦੇਰ ਤੱਕ ਬਾਰਿਸ਼ ਨਹੀਂ ਹੋਣੀ। ਆਂਦੀ ਪਾਛੈ ਜੋ ਜਲ ਬਰਸੈ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਆਂਦੀ ਪਾਛੈ ਜੋ ਜਲ ਬਰਕੈ, ਤੇ ਤੇਰਾ ਜਨ ਭੀਨਾ, ਮੈਂ ਉਸ ਨਾਮ 'ਚ ਭਿੱਜ ਗਿਆ ਵਾਂ। ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ, ਜਦੋਂ ਦੇਖਿਆ ਅੰਦਰੋਂ ਸੂਰਜ ਨਿਕਲ ਆਇਆ। ਮੇਰੀ ਫਿਰ ਬੇਨਤੀ ਸੁਣਿਓ, ਸੂਰਜ ਪ੍ਰਤੀਕ ਹੈ ਗਿਆਨ ਦਾ, ਹਨੇਰਾ ਪ੍ਰਤੀਕ ਹੈ ਅਗਿਆਨ ਦਾ। ਜਿੰਨੀ ਦੇਰ ਤੱਕ ਤੇਰੇ ਅੰਦਰ ਦਾ ਸੂਰਜ ਨਹੀਂ ਚੜ੍ਹਦਾ। ਅਰਾਬੀਆ ਦਾ ਜੀਵਨ ਸੂਫੀ ਸਾਹਿਤ ਵਿੱਚ ਬੜਾ ਪੜ੍ਹਨ ਵਾਲਾ, ਤੇ ਮੇਰੀ ਬੇਨਤੀ ਹੈ ਪਲੀਜ਼ ਜ਼ਰੂਰ ਵੱਧ ਤੋਂ ਵੱਧ ਪੜ੍ਹਿਆ ਕਰੀਏ। ਆਪਾਂ ਪੜ੍ਹਨ ਦਾ ਮਤਲਬ ਉਹਨੂੰ ਕਮਾਈਏ। ਹਾਲਾਂਕਿ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਰਾਬੀਆ ਅਰਬੀ ਦਾ ਸ਼ਬਦ ਜੀ, ਰਾਬੀਆ ਜਿਹਦੇ ਅਸੀਂ 1 2 3 4 ਕਹਿੰਦੇ ਆ ਨਾ, ਅਰਬੀ ਵਿੱਚ 4 ਨੂੰ ਰਾਬੀਆ ਕਿਹਾ ਜਾਂਦਾ। ਅਸਲ 'ਚ ਮਾਪਿਆਂ ਦੀ ਚੌਥੀ ਸੰਤਾਨ ਸੀ, ਬੇਟੀ ਹੋਈ, ਤੇ ਜਦੋਂ ਇਹ ਜੰਮੀ ਤੇ ਇਹਨਾਂ ਦੇ ਘਰ ਦਾ ਦੀਵਾ ਬੁੱਝ ਗਿਆ। ਇਹਦੀ ਮਾਂ ਨੇ ਕਿਹਾ, ਇਹਦੇ ਪਿਤਾ ਨੂੰ, ਆਪਣੇ ਖਾਵੰਦ ਨੂੰ ਕਿਹਾ, ਕੁੜੀ ਜੰਮੀ ਹੈ, ਗਵਾਂਢੀਆਂ ਤੋਂ ਤੇਲ ਮੰਗ ਲਿਓ, ਇਹਨੂੰ ਮਾਲਿਸ਼ ਕਰ ਲਈ। ਉਹ ਗਵਾਂਢੀਆਂ ਦੇ ਬੂਹੇ ਅੱਗੇ ਗਿਆ, ਪਤਾ ਨਹੀਂ ਅੰਦਰੋਂ ਕੀ ਅਣਖ ਜਾਗੀ, ਬੂਹਾ ਨਹੀਂ ਖੜਕਾਇਆ, ਵਾਪਸ ਆ ਗਿਆ। ਉਹਨੇ ਕਿਹਾ ਵੀ ਵਾਪਸ ਆਏ, ਤੇਲ ਨਹੀਂ ਲਿਆਂਦਾ। ਕਹਿੰਦਾ ਨਹੀਂ ਨਹੀਂ, ਮੇਰਾ ਚਿੱਤ ਨਹੀਂ ਮੰਨਿਆ ਕਿਸੇ ਅੱਗੇ ਮੰਗਣ ਲਈ, ਹੱਥ ਦੀ ਤਲੀ ਅੱਡਣ ਲਈ। ਤੇ ਉਹਦੀ ਮਾਂ ਨੇ ਹੌਕਾ ਲੈ ਕੇ ਕਿਹਾ, ਕਿਹੋ ਜਿਹਾ ਮਨਹੂਸ ਬੱਚਾ ਜੰਮਿਆ ਕਿ ਘਰ ਦਾ ਦੀਵਾ ਵੀ ਬੁੱਝ ਗਿਆ। ਸੂਫੀ ਸਾਹਿਤ ਕਹਿੰਦਾ, ਇਸਲਾਮ ਕਹਿੰਦਾ ਕਿ ਅਰਸ਼ ਤੋਂ ਆਵਾਜ਼ ਆਈ, ਇਹ ਮਨਹੂਸ ਬੱਚਾ ਨਹੀਂ, ਇਹ ਰੱਬ ਨੂੰ ਮੰਨਣ ਵਾਲੀ ਇੱਕ ਪਵਿੱਤਰ ਰੂਹ ਆਈ ਹੈ। ਸੱਚ ਇਹ ਤੇਲ ਮੰਗਣ ਵਾਸਤੇ ਤੁਹਾਡੇ ਫੁਰਨੇ ਤਾਂ ਮਰੇ ਨੇ ਕਿਉਂਕਿ ਇਹਨੇ ਰੱਬ ਤੋਂ ਬਿਨਾਂ ਕਿਸੇ ਦੇ ਅੱਗੇ ਝੋਲੀ ਨਹੀਂ ਫੈਲਾ। ਮੇਰੀ ਬੇਨਤੀ ਸਮਝ ਗਏ ਨਾ? ਉਹਨੇ ਬੜੀ ਬੰਦਗੀ ਕੀਤੀ। ਹਸਨ ਦੇ ਕੋਲ ਰੋਜ਼ ਆਉਂਦਾ ਸੀ। ਇੱਕ ਦਿਨ ਕਿਤੇ ਅਰਬ 'ਚ ਸੂਰਜ ਬੜੇ ਕਮਾਲ ਦਾ ਜਦੋਂ ਸਵੇਰੇ ਨਿਕਲਿਆ, ਲਾਲੀ ਉਹਨੇ ਆਵਾਜ਼ ਦੇ ਕੇ ਕਿਹਾ, ਅੰਮਾ ਬਾਹਰ ਨਿਕਲ, ਬਾਹਰ ਦੇਖ ਸੂਰਜ ਆ ਗਿਆ। ਉਹਨੇ ਕਿਹਾ, ਹਸਨ ਇਹ ਤਾਂ ਰੋਜ਼ ਚੜ੍ਹਦਾ, ਆ ਜਾ ਚੌਂਪੜੀ ਦੇ ਵਿੱਚ ਇੱਕ ਅੰਦਰ ਸੂਰਜ ਚੜ੍ਹਿਆ ਪਿਆ, ਉਹਦਾ ਚਾਨਣ ਇੱਕ ਵਾਰੀ ਆ ਜਾਏ ਤੇ ਕਦੀ ਲਹਿੰਦਾ ਨਹੀਂ ਹੁੰਦਾ। ਮੈਂ ਇੱਕ ਬੇਨਤੀ ਕਰਾਂਗਾ, ਗਿਆਨ ਦਾ ਸੂਰਜ ਜਦੋਂ ਅੰਦਰ ਚੜ੍ਹਦਾ ਉਦੋਂ ਪਿਆਰਿਓ ਰਾਸਧਾਰੀ ਵੀ ਕੋਈ ਅਸਰ ਨਹੀਂ ਕਰ ਸਕਦਾ। ਹੁਣ ਜਦੋਂ ਕਿਸੇ ਦੇ ਅੰਦਰ ਗਿਆਨ ਦਾ ਸੂਰਜ ਚੜ੍ਹ ਜਾਏ, ਫਿਰ ਮੈਂ ਬੇਨਤੀ ਕਰਾਂਗਾ, ਗਿਆਨ ਦਾ ਅਰਥ ਜੇ ਆਪਣੇ ਆਪ ਨੂੰ ਪਹਿਚਾਨਣਾ। ਅਸੀਂ ਆਪਣੇ ਆਪ ਨੂੰ ਪਹਿਚਾਨਦੇ ਹਾਂ, ਮੈਂ ਫਲਾਣੇ ਪਿੰਡ 'ਚ ਪੈਦਾ ਹੋਇਆ, ਮੇਰਾ ਪਿਓ ਜ਼ਿਮੀਂਦਾਰ ਸੀ, ਮੇਰੀ ਮਾਂ ਆ ਸੀ, ਮੈਂ ਇਸ ਸਕੂਲ 'ਚ ਪੜ੍ਹਿਆ, ਮੈਂ ਇੱਥੇ ਗਿਆ, ਇੱਥੇ ਤੇ ਜੌਬ ਕੀਤੀ, ਮਰ ਗਿਆ, ਉਦੋਂ ਬਾਅਦ ਭੋਗ ਪੈ ਗਿਆ। ਇਹ ਸਾਡਾ ਗਿਆਨ ਹੈ। ਇਹ ਗਿਆਨ ਹੈ ਨਾ। ਬੰਦੇ ਦੀ ਹਿਸਟਰੀ ਇਹੀ ਬਣਾਉਂਦੇ ਹਨ ਵੀ ਇਹਦੀ ਹਿਸਟਰੀ ਨਹੀਂ। ਗੁਰੂ ਸਾਹਿਬ ਕਹਿੰਦੇ ਤੂੰ ਆਪਣੇ ਅੰਦਰ ਨੂੰ ਪੁੱਛ ਕਿ ਤੂੰ ਆਇਆ ਕਿੱਥੋਂ ਵੇ ਤੇ ਤੂੰ ਜਾਣਾ ਕਿੱਥੇ ਵੇ। ਕੁਜਾ ਆਮਦ, ਕੁਜਾ ਰਫਤੀ, ਕੁਜਾ ਮੇ ਰਵੀ, ਤੂੰ ਕਿੱਥੇ ਜਾਣਾ ਹੈ? ਆਪਣੇ ਆਪ ਨੂੰ ਪਹਿਚਾਨ। ਜਿੱਦਣ ਆਪਣੇ ਆਪ ਨੂੰ ਪਹਿਚਾਨੇਗਾ ਉਦਣ ਸਮਝ ਪਏਗੀ, ਨਹੀਂ ਮੈਂ ਉਹ ਕੁਛ ਨਹੀਂ ਜੋ ਕੁਝ ਮੈਂ ਅੱਜ ਤੱਕ ਸਮਝਿਆ। ਗੁਰੂ ਜੀ ਕਹਿੰਦੇ ਨੇ ਇਹਨਾਂ ਲੋਕਾਂ ਨੂੰ ਨਹੀਂ ਸਮਝ, ਇਹ ਗਿਆਨ ਤੋਂ ਵਿਖਾਉਣੇ ਠੱਗੇ ਗਏ। ਹੁਣ ਜਿਹਦੇ ਅੰਦਰ ਉਹ ਸੂਰਜ ਦਾ ਪ੍ਰਕਾਸ਼ ਹੋ ਗਿਆ, ਉਹਨੂੰ ਫਿਰ ਗੁਰੂ ਨੇ ਕਿਹਾ ਉਹ ਗਿਆਨੀ ਬਣ ਗਿਆ। ਹੁਣ ਧਿਆਨ ਨਾਲ ਸੁਣੀ ਜਾਓ। ਪਹਿਲੇ ਦਿਨ ਵੀ ਅਸੀਂ ਇਹ ਕਥਾ ਕੀਤੀ ਸੀ, ਮੈਂ ਸਿਰਫ ਅਰਜ਼ ਕਰਾਂਗਾ, ਉਹ ਗਿਆਨ ਜਦੋਂ ਸੱਚ ਦਾ ਪ੍ਰਗਟ ਹੁੰਦਾ ਹੈ ਪਿਆਰਿਓ, ਉਦੋਂ ਬਾਹਰ ਦੀ ਹਰ ਵਾਪਰਦੀ ਹੋਈ ਘਟਨਾ ਕੁਛ ਨਹੀਂ ਕਹਿੰਦੀ। ਉਸ ਬਾਰੇ ਗੁਰੂ ਨੇ ਕਿਹਾ, ਸਤਿਗੁਰਾਂ ਨੇ ਕਿਹਾ ਕਿ ਪਰਣਵਤ ਨਾਨਕ ਗਿਆਨੀ ਕੈਸਾ ਹੋਏ। ਕੌਣ ਹੈ ਗਿਆਨਵਾਨ? ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ, ਗੁਰ ਪ੍ਰਸਾਦ ਕਰੈ ਵਿਚਾਰ, ਸੋ ਗਿਆਨੀ ਦਰਗਹਿ ਪ੍ਰਵਾਨ। ਆਪ ਪਛਾਣੇ ਜਿਹੜਾ, ਇਸੇ ਨੂੰ ਗੁਰੂ ਜੀ ਨੇ ਬਾਣੀ 'ਚ ਕਿਹਾ, ਦੁੱਖ ਸੁੱਖ ਇਹ ਬਾਂਦੇ ਜੇ ਨਾਹਿਨ ਤੇ ਤੁਮ ਜਾਨੋ ਗਿਆਨੀ। ਜਿਹੜਾ ਦੁੱਖ ਤੇ ਸੁੱਖ 'ਚ ਨਹੀਂ ਬੱਝਾ। ਆ ਜਿਹੜਾ ਸ਼ਬਦ ਉਸ ਦਿਨ ਪਹਿਲੇ ਦਿਨ ਹੁਕਮਨਾਮਾ ਆਪਾਂ ਹਟਾਊ ਗੁਰੂ ਘਰ ਸੀ ਨਾ, ਉਹ ਸੱਚੀ ਮੁੱਚੀ ਗਿਆਨੀ ਦੀ ਵਿਆਖਿਆ ਜੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਇਹ ਗਿਆਨ ਪ੍ਰਾਪਤ ਹੋਵੇ ਤੇ ਤਾਂ ਸਮਝ ਪੈਂਦੀ ਪਿਆਰਿਓ। ਗਿਆਨ ਤੋਂ ਬਿਨਾਂ ਤਾਂ ਬੰਦਾ ਕਮਲਾ ਹੋ ਜਾਂਦਾ। ਜਦੋਂ ਮੈਂ ਫਿਰ ਅਰਜ਼ ਕਰਾਂਗਾ, ਮੈਂ ਕੱਲ ਦਾ ਇੱਕੋ ਤੁਕ ਤੇ ਜ਼ੋਰ ਦੇ ਰਿਹਾ, ਉਸ ਗਿਆਨ ਤੋਂ ਬਾਅਦ ਦੁੱਖ ਨਹੀਂ ਰਹਿੰਦਾ, ਸੁੱਖ ਨਹੀਂ ਰਹਿੰਦਾ। ਉਸ ਗਿਆਨ ਤੋਂ ਬਾਅਦ ਸੋਨਾ ਨਹੀਂ ਰਹਿੰਦਾ, ਮਿੱਟੀ ਨਹੀਂ ਰਹਿੰਦੀ। ਸੱਚ ਇਹ ਉਸ ਗਿਆਨ ਚੋਂ ਫਿਰ ਪਤਾ ਲੱਗਦਾ, ਨਹੀਂ
ਇਹ ਸਭ ਕਾਸੇ ਤੋਂ ਮੈਂ ਕੁਝ ਵੱਖਰਾ। ਉਹਨੂੰ ਗੁਰੂ ਨੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ, ਤੇ ਘਟ ਆ ਹੈ ਗਿਆਨ, ਤੇ ਘਟ ਬ੍ਰਹਮ ਨਿਵਾਸਾ। ਇਹਨੂੰ ਜੇ ਇਸ ਸ਼ਲੋਕ ਨੂੰ ਤਿੰਨਾਂ ਸ਼ਲੋਕਾਂ 'ਚ ਪੜ੍ਹਨਾ ਹੋਵੇ ਨਾ, ਮੈਂ ਅੱਗੇ ਬੇਨਤੀ ਕਰਨਾ, ਤੇ ਘਟ ਬ੍ਰਹਮ ਨਿਵਾਸਾ, ਇਹ ਕਿੱਥੋਂ ਪੜ੍ਹ ਕੇ ਆਏਗਾ ਜੀ? ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਗਿਆਨ ਨੌਲੇਜ 'ਚੋਂ ਨਹੀਂ ਮਿਲਦਾ, ਇਹ ਗਿਆਨ ਬਾਹਰਮੁਖੀ ਗਿਆਨ 'ਚੋਂ ਨਹੀਂ ਮਿਲਦਾ। ਮਹਾਰਾਜ ਕਿੱਥੋਂ? ਕਹਿੰਦੇ ਨੇ ਗੁਰ ਕਿਰਪਾ ਜੇ ਨਰ ਕੋ ਕੀਨੀ। ਇਹ ਗਿਆਨੀ ਉਹ ਬਣੇਗਾ ਜਿਹਦੇ ਤੇ ਉਹਦੀ ਕਿਰਪਾ ਹੋਵੇਗੀ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਇਹ ਜੁਗਤ ਪਛਾਨੀ, ਪਰਮਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੈ। ਉਹਨੂੰ ਇਸ ਜੁਗਤ ਦੀ ਸਮਝ ਪੈ ਗਈ, ਤੇ ਜੁਗਤ ਪਛਾਨੀ। ਪਿਆਰਿਓ, ਪੰਜਾਂ ਤੱਤਾਂ 'ਚ ਵੀ ਰਹਿੰਦਾ ਹੋਇਆ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਅਸਲੀ ਗਿਆਨ ਕੈ ਬੂੰਦ ਸਾਗਰ ਵਿੱਚ ਮਿਲ ਗਈ। ਇਹਨੂੰ ਜੇ ਹੋਰ ਬਾਣੀ 'ਚ ਡੂੰਘਾਈ 'ਚ ਜਾਓ, ਇੱਕ ਸ਼ਬਦ ਹੈ ਪਰਮ ਗਿਆਨ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ। ਗਿਆਨੀ ਬਣ ਗਿਆ ਨਾ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਹੁਣ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਜੇ ਇਸ ਨੂੰ ਹੋਰ ਅਸੀਂ ਸੰਖੇਪ ਕਰਕੇ ਪੜ੍ਹੀਏ ਤੇ 3 ਸ਼ਲੋਕ ਅਸੀਂ ਪੜ੍ਹ ਲਾਂਗੇ। ਉਹ 'ਚ ਅਗਲਾ ਸ਼ਲੋਕ ਗਿਆਨੀ ਦਾ, ਉਹ ਸ਼ਲੋਕ ਹੈ, ਸੁਖ ਦੁਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹੇ ਜੇ, ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰੇ ਮਨਾ, ਮੁਕ ਤਾਹੇ ਤੈ ਜਾਨ। ਅਰਥਾਂ ਦੀ ਲੋੜ ਨਹੀਂ, ਸੌਖੇ ਨੇ। ਹਰ ਕਿ ਸੋਗ ਜਾ ਕੈ ਨਹੀਂ, ਬਹਿਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ, ਮੁਕ ਤਾਹੇ ਤੈ ਜਾਨ। ਇਹ ਤਿੰਨਾਂ ਸ਼ਲੋਕਾਂ ਤੋਂ ਬਾਅਦ ਗੁਰਦੇਵ ਕਹਿੰਦੇ ਨੇ, ਭੈ ਕਾਹੂ ਕੋ ਦੇਤ ਨਹੀਂ, ਕਿਉਂਕਿ ਜਿਹੜਾ ਦੁੱਖ ਤੋਂ ਮੁਕਤ ਹੋਵੇਗਾ ਉਹਨੇ ਕਿਸ ਤੋਂ ਡਰਨਾ? ਦੇਖੋ, ਇਹ ਤਿੰਨਾਂ ਸ਼ਲੋਕਾਂ ਦੀ ਲੜੀ ਇੱਕ, ਦੁੱਖ ਸੁੱਖ, ਹਰਕ ਸੋਗ, ਉਸਤਤ ਨਿੰਦਾ। ਫਿਰ ਉਸ ਤੋਂ ਅਗਲਾ ਸ਼ਲੋਕ ਹੈ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਉਹ ਗਿਆਨੀ ਬਣ ਗਿਆ। ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਫਿਰ ਅਗਲਾ ਸ਼ਬਦ ਦਿੱਤਾ, ਉਹ ਗਿਆਨੀ ਸੰਸਾਰ ਤੋਂ ਹੇਠ ਨਹੀਂ ਕਰਦਾ, ਉਹ ਗਿਆਨੀ ਬ੍ਰਹਮ ਨੂੰ ਇੰਨਾ ਜਾਣ ਲੈਂਦਾ ਹੈ। ਹੁਣ ਤਾਂ ਮੈਂ ਉਦੋਂ ਵੀ ਕਿਹਾ, ਬ੍ਰਹਮ ਗਿਆਨੀ ਬੜੇ 'ਚ ਪੂਰਨ ਬ੍ਰਹਮ ਗਿਆਨੀ ਵੀ ਨੇ, ਕਈ ਕਿ ਅੰਕ ਲਾ ਕੇ ਵੀ ਬ੍ਰਹਮ ਗਿਆਨੀ ਨੇ। ਗੁਰੂ ਸਾਹਿਬ ਨੇ ਸਿੱਧੀ ਗੱਲ ਮੁਕਾਈ ਵੀ ਬ੍ਰਹਮ ਗਿਆਨੀ ਹੋਵੇ ਜਿਹਦੀ ਜ਼ਿੰਦਗੀ 'ਚ, ਸਰੀਰ 'ਚ 3 ਘਟਨਾਵਾਂ ਵਾਪਰਦੀਆਂ ਨੇ। ਉਹਦੇ ਮਨ 'ਚ ਸੱਚ ਹੁੰਦਾ ਹੈ, ਉਹਦੀ ਜੀਭ 'ਚ ਸੱਚ ਹੁੰਦਾ ਹੈ, ਉਹਦੀਆਂ ਅੱਖਾਂ ਵਿੱਚ ਸੱਚ ਹੁੰਦਾ ਹੈ। ਮਨ ਸਾਚਾ, ਮੁਖ ਸਾਚਾ ਸੋਏ, ਅਵਰ ਨਾ ਪੇਖੈ, ਇਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ। ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਨੂੰ ਗਿਆਨ ਨਹੀਂ, ਇਹਨਾਂ ਨੂੰ ਸਮਝ ਕਿਵੇਂ ਪੈਗੀ ਵੀ ਘੜੀਆਂ ਜਿਹੜੀਆਂ ਨੇ ਗੋਪੀਆਂ ਬਣ ਗਈਆਂ। ਨਾਨਕ ਮੁਸੈ ਗਿਆਨ ਵਿਖਾਉਣੀ, ਖਾਏ ਗਿਆ ਜਮਕਾਲ। ਸੱਚੇ ਪਾਤਸ਼ਾਹ ਜਿਹੜੇ ਇਹ ਲੋਕ ਰਾਸ ਪਾਉਂਦੇ ਨੇ, ਤੁਸੀਂ ਤਾਂ ਆਪਣਾ ਸਿਧਾਂਤ ਦੇ ਦਿੱਤਾ, ਮੈਂ ਥੋੜ੍ਹਾ ਜ਼ੋਰ ਇਸ ਚੀਜ਼ 'ਤੇ ਲਾਇਆ, ਗਿਆਨ ਤੁਸੀਂ ਤਾਂ ਦੱਸ ਦਿੱਤਾ, ਪਰ ਆਹ ਜਿਹੜੇ ਨੱਚਦੇ ਪਏ ਨੇ ਰਾਸ ਧਾਰੀਏ, ਇਹਦੇ ਬਾਰੇ ਫਿਰ ਸਤਿਗੁਰੂ ਕਹਿੰਦੇ ਨੇ, ਮਹੱਲਾ ਪਹਿਲਾ, ਵਾਇਨ ਚੇਲੇ ਨੱਚਣ ਗੁਰ। ਵਾਇਨ ਚੇਲੇ, ਚੇਲੇ ਸਾਜ਼ ਵਜਾਉਂਦੇ ਪਏ ਨੇ। ਵਾਇਨ ਮਤਲਬ ਸਾਜ਼ ਵਜਾਣਾ, ਸਜਾਉਂਦੇ ਨੇ, ਤੇ ਗੁਰੂ ਜਿਹੜੇ ਨੇ ਉਹ ਨੱਚਦੇ ਪਏ ਨੇ। ਫਿਰ ਬੇਨਤੀ ਸੁਣਿਓ, ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ। ਗੁਰੂ ਕੀ ਕਰਦੇ ਨੇ? ਪੈਰ ਹਿਲਾਉਂਦੇ ਨੇ ਤੇ ਸਿਰ ਮਾਰਦੇ ਨੇ। ਜਿਵੇਂ ਅੱਜ ਕੱਲ੍ਹ ਕਹਿੰਦੇ ਫਲਾਣੇ ਚੌਂਕੀ ਆ ਗਈ ਜੀ। ਸਤਿਗੁਰੂ ਕਹਿੰਦੇ ਨੇ ਰਾਸਧਾਰੀ ਜਿਹੜੇ ਨੇ, ਚੇਲੇ ਸਾਜ਼ ਵਜਾਉਂਦੇ ਪਏ ਨੇ, ਢੋਲਕੀਆਂ ਵੱਜਦੀਆਂ ਪਈਆਂ ਨੇ, ਖੜਤਾਲਾਂ ਵੱਜਦੀਆਂ ਪਈਆਂ ਨੇ, ਚਿਮਟੇ ਵੱਜਦੇ ਪਏ ਨੇ, ਕਈ ਤਰ੍ਹਾਂ ਦੇ ਸਾਜ਼ ਵੱਜਦੇ ਪਏ ਨੇ, ਤੰਤੀ ਸਾਜ਼ ਵੱਜਦੇ ਪਏ ਨੇ, ਚੇਲੇ ਸਾਜ਼ ਵਜਾਉਂਦੇ ਪਏ ਨੇ, ਗੁਰੂ ਡਾਂਸ ਕਰ ਰਿਹਾ ਕਿਉਂਕਿ ਉਹ ਰਾਸਧਾਰੀ ਬਣਿਆ ਨਾ, ਨੱਚ ਰਿਹਾ। ਇਹਨੂੰ ਥੋੜ੍ਹਾ ਜਿਹਾ ਮੈਂ ਹੋਰ ਬੇਨਤੀ ਕਰਾਂ, ਭਾਈ ਗੁਰਦਾਸ ਸਾਹਿਬ ਜੀ ਦੀਆਂ ਨਾ 2 ਪੌੜੀਆਂ ਪੜ੍ਹ ਲਈਏ, ਸੌਖਾ ਹੋਰ ਹੋ ਜੂਗਾ ਇਹਦੇ ਅਰਥ ਕਰਨ। ਜਦੋਂ ਮਹਾਰਾਜ ਸਮੇਰ ਪਰਬਤ 'ਤੇ ਮਿਲੇ ਨਾ ਸਿੱਧਾਂ ਨੂੰ ਜੀ, ਕਿਉਂਕਿ
ਗੁਰੂ ਗ੍ਰੰਥ ਸਾਹਿਬ ਵਿੱਚ 3 ਰਾਗ ਖਾਸ ਕਰਕੇ ਨਾਥਾਂ ਨੂੰ ਸਿੱਧਾਂ ਨੂੰ ਮੁਖਾਤਬ ਕਰਕੇ ਜ਼ਿਆਦਾ ਬਾਣੀ, ਉਹਨਾਂ 'ਚ ਆਸਾ, ਸੋਹੀ ਤੇ ਰਾਮਕਲੀ ਰਾਗ। ਜਦੋਂ ਸਤਿਗੁਰੂ ਸਿੱਧਾਂ ਨੂੰ ਮਿਲਦੇ ਨੇ, ਗੋਸ਼ਟੀ ਹੁੰਦੀ, ਉਹ ਠੰਡੇ ਪੈ ਜਾਂਦੇ ਨੇ। ਉੱਥੇ ਫਿਰ ਇੱਕ ਬਚਨ ਕਹੇ, ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਥੋੜ੍ਹੀ ਜਿਹੀ ਇਕਾਗਰਤਾ ਗੁਰਮੁਖੋ ਬਣਾਇਓ। ਉਹ ਪੁੱਛਦੇ ਨੇ ਥੱਲੇ ਮਾਤ ਲੋਕ ਦਰ ਤੇ ਥੱਲੇ ਜਿਹੜਾ ਮੈਦਾਨੀ ਇਲਾਕਾ ਉਹਦੇ 'ਚ ਕੀ ਕੁਝ ਹੋ ਰਿਹਾ। ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ, ਸਭ ਸਿੱਧੀ ਇਹ ਬੁੱਝਿਆ ਕਲ ਤਾਰ ਨਾਨਕ ਅਵਤਾਰਾ। ਮੰਨ ਗਏ ਵੀ ਇਹ ਅਵਤਾਰ ਹੈ। ਬਾਬਾ ਜੀ ਕਹਿੰਦੇ, ਬਾਬੇ ਆਖਿਆ ਨਾਥ ਜੀ, ਹੋਂ ਭਾਲਰ ਚੜਿਆ ਸੰਸਾਰਾ, ਪਾਪ ਗਿਰਾਸੀ ਪ੍ਰਿਥਵੀ, ਧੌਲ ਖੜਾ ਤਰ ਹੇਠ ਪਕਾਰਾ। ਉੱਥੇ ਹਜ਼ੂਰ ਨੇ ਸ਼ਬਦ ਵਰਤੇ ਕਿ ਕੂੜ ਅਮਾਵਸ ਵਰਤਿਆ, 4 ਚੁਫੇਰੇ ਝੂਠ ਦਾ ਹਨੇਰਾ ਹੀ ਹਨੇਰਾ ਹੈ। ਚੰਦਰਮਾ ਕਿਤੇ ਨਜ਼ਰ ਨਹੀਂ ਆ ਰਿਹਾ, ਤੇ ਉਹਦੇ 'ਚ ਇੱਕ ਸ਼ਬਦ ਵਰਤਿਆ, ਸਿੱਧ ਸਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਜੋਗੀ ਗਿਆਨ ਵਿਖੂਣਿਆ, ਉਹਨਾਂ ਲਈ ਵੀ ਸ਼ਬਦ ਗਿਆਨ ਤੋਂ ਵਿਖੂਣੇ ਕਿਹਾ। ਕੁੱਤੇ ਮੂੰਹ ਬਿਰਤੀ ਬੜੀ ਭੈੜੀ ਜੇ। ਫਿਰ ਧਿਆਨ, ਬਸੰਤ ਰਾਗ ਜਦੋਂ ਚੱਲਦਾ ਦਰਬਾਰ ਸਾਹਿਬ ਤੇ ਕੀਰਤਨੀ ਇੱਕ ਸ਼ਬਦ ਪੜ੍ਹਦੇ ਨੇ, ਚਾਕੀ ਚਾਟੈਂ ਚੂਨ ਖਾਏ। ਉਹ ਕੁੱਤੇ ਮੂੰਹ ਹੀ ਹੈ। ਕੁੱਤਾ ਲਾਲਚੀ ਹੈ, ਉਹ ਚੱਕੀ ਨੂੰ ਚੱਟਦਾ, ਆਟਾ ਖਾਂਦਾ, ਆਟੇ ਨਾਲ ਭਿੱਜੇ ਭਰੇ ਕੋਈ ਕੱਪੜੇ ਨੂੰ ਮੂੰਹ 'ਚ ਪਾ ਕੇ ਲੈ ਜਾਂਦਾ। ਕੁੱਤੇ ਮੂੰਹ ਹੀ ਹੈ ਕਿ ਜਦੋਂ ਕੁੱਤਾ ਜਿਹੜਾ ਮਾਲਕ ਦੁੱਧ ਪਾ ਰਿਹਾ, ਰੋਟੀ ਪਾ ਰਿਹਾ, ਜਦੋਂ ਉਹ ਹਲਕ ਜਾਏ ਤੇ ਚੇਤੇ ਰੱਖਿਓ ਆਪਣੇ ਮਾਲਕ ਨੂੰ ਵੀ ਕੱਟਣ ਤੋਂ ਗੁਰੇਜ਼ ਨਹੀਂ ਕਰਦਾ ਹੁੰਦਾ। ਕੁੱਤੇ ਮੂੰਹ, ਸਤਿਗੁਰੂ ਕਹਿੰਦੇ ਕੁੱਤੇ ਮੂੰਹ ਆ ਗਈ, ਹਲਕਾਪਨ ਆ ਗਿਆ। ਕੱਲ ਆਈ ਕੁੱਤੇ ਮੂੰਹ ਖਾਜ ਹੋਵਾ ਮੁਰਦਾਰ ਗੁਸਾਈ, ਲੋਕਾਂ ਦਾ ਖਾਣਾ ਮਰਦੇ ਹੋ ਗਏ। ਖਾਜ ਹੋਵਾ ਮੁਰਦਾਸ ਗੁਸਾਈ, ਉਹਦੇ ਵਿੱਚ ਬਚਨ ਨੇ, ਰਾਜੇ ਪਾਪ ਕਮਾਮਦੇ, ਉਲਟੀ ਵਾੜ ਖੇਤ ਕੋ ਖਾਈ। ਹੁਣ 3 ਤੁਕਾਂ ਮੈਂ ਲਈਆਂ ਨੇ ਸਿਰਫ ਇਹਦੇ ਅਰਥ ਲਈ। ਉਲਟੀ ਵਾਟ ਖੇੜ ਕੋ ਖਾਈ, ਪਰਜਾ ਅੰਧੀ ਗਿਆਨ ਬਿਨ, ਨਾਨਕ ਮੁਸੈ ਗਿਆਨ ਵਿਖੂਣੀ, ਖਾਏ ਗਿਆ ਜਮਕਾਲ। ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖੋ ਅਲਾਈ। ਮਹਾਰਾਜ ਕਿਉਂ ਕਹਿਣ ਲੱਗੇ, ਇੰਨੇ ਅਗਿਆਨੀ ਹੋ ਗਏ, ਚੇਲੇ ਸਾਜ ਵਜਾਏ ਦੇ ਨੱਚਨ ਗੁਰੂ ਬਹੁ ਵਿਦ ਪਾਏ। ਕਹਿੰਦੇ ਨੇ ਚੇਲੇ ਸਾਜ ਵਜਾਉਂਦੇ ਨੇ। ਮੈਂ ਇੱਕ ਅਰਥ ਪੜ੍ਹੇ ਸਵਾਮੀ ਆਨੰਦ ਕਾਨੂੰ ਉਦਾਸੀ ਜੀ ਦੀ, ਇੱਕ ਆਸਾ ਕੀ ਵਾਰ ਦਾ ਟੀਕਾ ਹੈ, ਬੜਾ ਪੁਰਾਣਾ, ਪਟਿਆਲਾ ਯੂਨੀਵਰਸਿਟੀ ਨੇ ਛਾਪਿਆ। ਉਹਦੇ 'ਚੋਂ ਕਹਿੰਦੇ ਨੇ ਇਹ ਜਿਹੜੇ ਚੇਲੇ ਵਾਈਨ ਇਹ ਸਾਜ ਵਜਾਉਂਦੇ ਪਏ ਨੇ, ਇਹਦਾ ਮਤਲਬ ਇਹ ਵੀ ਚੇਲਾ ਇੰਨਾ ਕੁ ਰੁਪਈਏ ਵਾਲਾ ਬਣ ਗਿਆ, ਗੁਰੂ ਉਹਦੇ ਇਸ਼ਾਰਿਆਂ ਦੇ ਉੱਤੇ ਨੱਚਦਾ ਪਿਆ ਹੈ। ਜੇ ਉਹਨੇ ਕਹਿ ਇੱਥੇ ਨਹੀਂ ਜਾਣਾ, ਕਹਿੰਦਾ ਨਹੀਂ ਜਾਣਾ, ਕਿਉਂਕਿ ਉਹਨੂੰ ਪਤਾ ਹੈ ਜੇ ਇਹ ਪਿਛਾਂਹ ਹਟ ਗਿਆ ਮੇਰਾ ਬਣੂਗਾ ਕੀ। ਸੱਚ ਇਹ ਵੇ, ਮੈਂ ਇੱਥੇ ਸਾਜ ਵਜਾਏ ਦੇ ਅਰਥ ਕੇਵਲ ਢੋਲਕ ਨਹੀਂ ਕਰਾਂਗਾ। ਸਾਜ ਵਜਾਏ ਦਾ ਅਰਥ ਹੈ ਬੋਡੀ ਵੀ ਇੱਕ ਸਾਜ ਹੈ। ਬਾਬਾ ਫਰੀਦ ਨੇ ਕਿਹਾ, ਫਰੀਦਾ ਧੁਨੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ। ਲੋਕ ਤਾਂ ਲਾਲਚੀ ਹੋਏ, ਕਿਸੇ ਨੇ ਤਾਰ ਛੇੜੀ ਤੇ ਗਾਉਣ ਲੱਗ ਪਏ, ਵੱਜਣ ਲੱਗ ਪਏ। ਤੂੰ ਸਾਜ ਨਾ ਬਣ, ਸਾਜ ਬਣਨਾ ਹੈ ਤੇ ਗੁਰੂ ਦਾ ਸਾਜ ਬਣ। ਗੁਰੂ ਛੇੜੇ ਤੇ ਤੇਰੇ ਅੰਦਰੋਂ ਨਾਮ ਦੀ ਆਵਾਜ਼ ਆਏ, ਬੰਦਾ ਛੇੜੇ ਤੇ ਚੇਤੇ ਰੱਖੀ ਇਹਦੀ ਬੋਲੀ ਨਾ ਗਾਉਣ ਲੱਗ ਪਈ। ਇਹਨੂੰ ਫਿਰ ਥੋੜਾ ਸਮਝੋ। ਚੇਲੇ ਸਾਜ ਵਜਾਏ ਦੇ ਨੱਚਨ ਗੁਰੂ ਬਹੁ ਵਿਦ ਭਾਈ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤੇ ਨਾੜੇ ਜਾਈ। ਇਹਦੇ ਲਈ ਇੱਕ ਹੋਰ ਪ੍ਰਮਾਣ ਬਾਣੀ ਚੋਂ ਜੀ। ਇਹ ਨਾ ਸੁਣਿਓ ਵੀ ਮੈਂ ਬਾਣੀ ਉਦਣ ਦੀ ਸੁਣਾਈ ਜਾਂਦਾ। ਮੈਂ ਪਹਿਲੇ ਦਿਨ ਕਿਹਾ ਸੀ ਵੀ ਮੇਰਾ ਮਨ ਸੱਚੀ ਗੱਲ ਕਹਿੰਦਾ ਵੀ ਹੁਣ ਤਾਂ ਚਿੱਟਾ ਹੋ ਗਿਆ ਦਾੜਾ ਵੀ, ਕਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਸ਼ੁਰੂ ਕਰਾਂਗੇ। ਦੇਖੋ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੈ ਮਹਾਰਾਜ ਜੀ ਦਾ, ਉੱਥੇ ਵੀ ਆਹ ਸ਼ਬਦ ਢੁਕਦਾ ਹੈ, ਵਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ, ਫਿਰ ਸਿਰ ਉਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ। ਹੱਸੈ ਪਾਠ ਨਹੀਂ ਕਰਨਾ, ਹੱਸਾ ਕਰ ਜਾਏ। ਬੇਨਤੀ ਕਰਾਂ ਉਹ ਸ਼ਬਦ ਗਿਆਨ ਵਿਖੂਣਾ ਗਾਵੇ ਗੀਤ, ਗਿਆਨ ਕੋ ਨਹੀਂ ਪਰ ਗੀਤ ਗਾ ਰਿਹਾ। ਇਹਦਾ ਮਤਲਬ ਇਹ ਨਹੀਂ ਕਿ ਕੀਰਤਨ ਨਹੀਂ ਕਰਨਾ, ਨਹੀਂ ਪਿਆਰਿਓ। ਗੁਰੂ ਨਾਨਕ ਸਾਹਿਬ ਦਾ ਕੀਰਤਨ, ਅੱਜ ਵੀ ਅਸੀਂ ਗੱਲ ਕਰ ਰਹੇ ਸਾਂ। ਮੈਂ ਕਹਿੰਦਾ ਕੀਰਤਨੀਓ ਗੁਰਸਿੱਖੋ, ਮੈਨੂੰ ਮੌਕਾ ਮਿਲਦਾ ਕਿਤੇ ਤੇ ਮੈਂ ਜ਼ਰੂਰ ਕੀਰਤਨੀਆਂ ਬਣਦਾ, ਪਰ ਮੈਂ ਬਣ ਨਹੀਂ ਸਕਿਆ। ਹੁਣ ਇਹ ਨਹੀਂ ਮੈਂ ਇਹ ਤੋਂ ਸੰਤੁਸ਼ਟ ਨਹੀਂ ਕਥਾ ਤੋਂ। ਜਦੋਂ ਅਸੀਂ ਸ਼ੁਰੂ ਕੀਤਾ ਜੀ, ਮੈਨੂੰ ਯਾਦ ਹੈ ਮੈਂ ਸ਼ਬਦ ਇਹ ਕੱਢਿਆ ਸੀ ਜਿਹੜਾ ਭਾਈ ਸਾਹਿਬ ਪੜ੍ਹਦੇ ਹੁੰਦੇ ਨੇ, ਬਿਨ ਭਾਗਾਂ ਸਤ ਸੰਗ ਨਾ ਲੱਭੇ। ਤੇ ਮੈਂ ਪੜ੍ਹਾਂ ਪਿਆ ਤੇ ਮੈਨੂੰ ਯਾਦ ਹੈ ਮਿਸ਼ਨਰੀ ਕਾਲਜ 'ਚ, ਤੇ ਮੈਂ ਪੜ੍ਹਾਂ ਜੀ ਉਹ ਜੀ ਆਵਾਜ਼ ਸੀ ਤੇ ਇੱਕ ਉਹ ਸੱਜਣ ਨੇ ਕਿਹਾ, ਕਹਿੰਦਾ ਭਾਈ ਸਾਹਿਬ ਸਾਰੇ ਕਾਂ ਉੱਡ ਗਏ,
ਤੁਹਾਡੀ ਆਵਾਜ਼ ਸੁਣ ਕੇ ਤੇ ਕਾਂ ਵੀ ਨਾਰਾਜ਼ ਹੋ ਗਏ। ਮੈਂ ਵਾਜੀ ਛੱਡ ਦਿੱਤਾ, ਮੈਂ ਕਥਾਵਾਚਕ ਬਣਾਂਗੀ। ਪਰ ਅੱਜ ਮੈਨੂੰ ਪੁੱਛ ਕੇ ਦੇਖੋ, ਕੀਰਤਨੀਆਂ ਨੂੰ ਕੁਛ ਆਪਣੇ ਕੋਲੋਂ ਮਨਾਲਾ ਨਹੀਂ ਪੈਂਦਾ। ਕੀਰਤਨੀਆਂ ਤਾਂ ਐਵੇਂ ਹੀ ਹੈ, ਬੈਠਾ ਹੋਵੇ ਸਟੇਜ ਉੱਤੇ ਖੱਬੇ ਸੱਜੇ ਭੱਜ ਪਏ, ਵਿਦਵਾਨ ਬਣਨ ਲੱਗ ਪਏ। ਨਹੀਂ ਨਹੀਂ, ਕੀਰਤਨੀਆਂ ਨੇ ਤਾਂ ਸਿੱਧਾ ਗੁਰੂ ਨਾਨਕ ਦੇ ਹਿਰਦੇ ਨੂੰ ਆਪਣੇ ਹਿਰਦੇ 'ਚ ਬੰਨ੍ਹ ਲੈਣਾ, ਵਿੱਚੋਂ ਕੁਛ ਨਹੀਂ ਮਿਲਾਣਾ। ਕਿੰਨੇ ਖੁਸ਼ਕਿਸਮਤ ਅਸੀਂ ਜਿਨ੍ਹਾਂ ਦੇ ਬੱਚੇ। ਤਲਵਾੜਾ ਸਾਹਿਬ ਇਹ ਗੱਲ ਕਹਿੰਦੇ ਸਨ, ਭਾਈ ਜੋਗਿੰਦਰ ਸਿੰਘ ਕਹਿੰਦੇ ਸਨ, ਜਿਸ ਘਰ 'ਚ ਤਬਲਾ ਤੇ ਵਾਜਾ ਆ ਗਿਆ, ਉਸ ਘਰ 'ਚੋਂ ਕਦੀ ਗੁਰੂ ਨਾਨਕ ਦੀ ਸਿੱਖੀ ਦੂਰ ਨਹੀਂ ਜਾ ਸਕਦੀ। ਕੀਰਤਨ ਐਡੀ ਖੁਸ਼ਕਿਸਮਤ ਅਸੀਂ, ਜਿਸ ਰਾਗ 'ਚ ਗੁਰੂ ਨੇ ਗਾਇਆ, ਉਹਨੇ ਕਿਹਾ ਤੂੰ ਵੀ ਇਸੇ ਰਾਗ 'ਚ ਗਾਈ, ਜਿਵੇਂ ਮੇਰੀ ਜ਼ਬਾਨ ਉੱਤੇ ਸ਼ਬਦ ਬਖਸ਼ਾਂ ਵਰਤਾਂਦਾ ਪਿਆ, ਤੇਰੀ ਜ਼ਬਾਨ ਉੱਤੇ ਵੀ ਵਰਤਾਏਗਾ। ਤਾਂ ਹੀ ਜਿੰਨੇ ਵੀ ਧਰਮ ਦੇ ਕਰਮ ਗਿਣੇ, ਕੀਰਤਨ ਸਭ ਤੋਂ ਉੱਚਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ, ਜਿਸ ਪੁਰਬ ਲਿਖੇ ਕਾ ਲੈਣਾ। ਮਹਾਰਾਜ ਕਹਿੰਦੇ ਨੇ ਕੀਰਤਨ ਸਭ ਤੋਂ, ਕੀਰਤਨ ਨਿਰਮੋਲ ਖੀਰਾ। ਹਰ ਦਿਨ ਰਹਿਣ ਕੀਰਤਨ ਗਾਈਏ, ਬੌੜ ਨਾ ਜੋਨੀ ਪਾਈਏ। ਮਹਾਰਾਜ ਸਾਰੇ ਕਿਉਂ ਨਹੀਂ ਕਰਦੇ? ਕਹਿੰਦੇ ਨਹੀਂ ਕਰ ਸਕਦੇ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸਤੇ ਨਹੀਂ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਨੀ ਪਾਇਆ। ਮੈਂ ਬੇਨਤੀ ਕਰ ਲੱਗਾ, ਹੁਣ ਕੀਰਤਨ ਭਾਈ ਸਾਹਿਬ ਦੀ ਰਵਾਬ ਵੱਜੀ, ਜਦੋਂ ਆ ਗੁਰੂ ਨੇ ਸਲੋਕ ਆਲਾਪਿਆ ਹੋਵੇਗਾ, ਰਾਸ ਧਾਰੀ ਵੀ ਗਾਉਂਦੇ ਨੇ ਤੇ ਗੁਰੂ ਨਾਨਕ ਦਾ ਰਬਾਬੀ ਵੀ ਗਾ ਰਿਹਾ ਹੈ, ਤੇ ਗੁਰੂ ਸਾਹਿਬ ਖੁਦ ਕੀਰਤਨ ਕਰਦੇ ਨੇ। ਭਾਵੇਂ ਅਸੀਂ ਚਲੋ ਸਾਰੇ ਕਹਿੰਦੇ ਆ ਨਾ ਜੀ, ਗੁਰੂ ਘਰ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਨੇ, ਨਹੀਂ, ਪਹਿਲੇ ਰਬਾਬੀ ਭਾਈ ਮਰਦਾਨੇ ਨੇ, ਪਹਿਲੇ ਕੀਰਤਨੀਏ ਖੁਦ ਗੁਰੂ ਨਾਨਕ ਸਾਹਿਬ ਨੇ। ਉਹ ਆਪ ਕੀਰਤਨ ਕਰਦੇ ਨੇ। ਭਾਈ ਮਰਦਾਨਾ ਦਾ ਜ਼ੇਨ ਹਾਫਜ਼ਾ ਇੰਨਾ ਤੇਜ਼ ਹੈ, ਤੇਜ਼ ਨਾ ਕਹਾਂ, ਰੱਬ ਨਾਲ ਹੀ ਉਹਦੇ ਇੱਕ ਸ਼ਬਦ ਗਾਉਂਦੇ ਨੇ ਨਾਲ ਹੀ ਚੇਤੇ ਕਰ ਲੈਂਦਾ। ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਬੰਦ ਲਿਖਿਆ ਸੀ ਭਾਈ ਮਰਦਾਨੇ ਤੇ, ਪੰਜਾਬੀ ਦੀਆਂ ਸਤਰਾਂ ਨੇ। ਉਹ ਕਹਿੰਦਾ ਕਿ ਲਿਖਦਾ ਹੈ ਕਿ ਘੱਲ ਕੇ ਫਿਰੰਗੇ ਫਿਰੰਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ। ਫਿਰੰਦੇ ਤੋਂ ਰਬਾਬ ਆਉਂਦੀ ਸੀ। ਘੱਲ ਕੇ ਫਿਰੰਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ, ਉਹਨੂੰ ਆਉਂਦਾ ਨਾ ਬਜਾਨਾ ਸੀ। ਹਾਲਾਂ ਉਹ ਰਾਗ ਦੇ ਜਾਣਕਾਰ ਸਨ, ਪਰ ਰਾਗ ਗਾਉਣਾ, ਗਜ਼ਲ ਗਾਉਣ ਵਾਲਾ ਕੀਰਤਨ ਕਰ ਸਕੂਗਾ? ਤੁੰਬੀ ਨਾਲ ਗੀਤ ਗਾਉਣ ਵਾਲੇ ਦੀ ਸੁਰਤ ਓਵਰ ਕੀਰਤਨ ਕਿੱਥੋਂ ਕਰੂਗਾ? ਸੱਚੀ ਮੁੱਚੀ ਕਰਨ ਵੀ ਬਹਿ ਜੇ, ਤੁਸੀਂ ਕਹਿਣਾ ਯਾਰ ਇਹ ਕੀ ਲੱਗ ਪਿਆ, ਕਿਉਂਕਿ ਉਹਦੇ ਕੋਲ ਸੁਰਾਂ ਦਾ ਭਾਂਡਾ ਹੈ, ਪਰ ਉਸ ਭਾਂਡੇ 'ਚ ਜ਼ਹਿਰ ਪਹਿਲਾਂ ਇੰਨਾ ਕੁ ਪੈ ਚੁੱਕਾ ਹੈ, ਉੱਥੇ ਜੇ ਅੰਮ੍ਰਿਤ ਪਾਓ ਸਵਾਦ ਹੀ ਨਹੀਂ ਆਉਣਾ ਛੇਤੀ। ਸੁਰਾਂ ਉਹੀ ਨੇ। ਉਹ ਕਹਿੰਦੇ ਨੇ ਘੱਲ ਕੇ ਫਿਰੰਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ, ਉਹਨੂੰ ਆਉਂਦਾ ਨਾ ਬਜਾਨਾ ਸੀ। ਚਾਰੇ ਕੁੰਡੀ ਤਾਰ ਵੱਜੀ, ਦੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਨ ਨਾ ਜਾਣਾ ਸੀ। ਸੱਜਣ ਜੈ ਠੱਗ ਜਗ ਲੋਧੀ ਜੈ ਕਾਬਰਾ ਨੇ, ਬਾਬਰ ਜੈ ਜਾਬਰਾ ਨੇ, ਸੁਣਿਆ ਤਰਾਨਾ ਸੀ। ਬਾਬੇ ਦਾ ਰਬਾਬੀ ਰੱਬ ਆਬੀ, ਭਿੰਨੀ ਤਾਰ ਜੀ ਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਬਾਬੇ ਦਾ ਰਬਾਬੀ ਰੱਬ ਆਬੀ, ਬਸ ਰਬਾਬ ਦੇ ਅਰਥੋਂ ਨਹੀਂ ਕੀਤੇ। ਕਹਿੰਦਾ ਉਹਦੀ ਤਾਰ 'ਚ ਰੱਬ ਤੋਂ ਇਸ਼ਕ ਕਰਨ ਵਾਲਾ ਅੰਮ੍ਰਿਤ ਨਿਕਲਦਾ ਹੈ। ਬਾਬੇ ਦਾ ਰਬਾਬੀ ਰੱਬ ਆਬੀ, ਭਿੰਨੀ ਤਾਰ ਜੀ ਦੀ, ਨਾਮ ਮਰਦਾਨਾ ਜਗ ਤਾਰ ਨੇ ਮਹਾਨਾ ਸੀ। ਉੱਥੇ ਸਤਿਗੁਰੂ ਕਹਿੰਦੇ ਨੇ ਗਿਆਨ ਵਿਖਾਉਣਾ ਗਾਵੇ ਗੀਤ, ਵਾਇਣ ਚੇਲੇ ਨੱਚਨ ਗੁਰ, ਭੁੱਖੇ ਮੁੱਲਾਂ ਘਰੇ ਮਸੀਤ। ਇਹ ਧਰਮ ਥੋੜ੍ਹਾ, ਹਾਲਾਂਕਿ ਮੈਂ ਫਿਰ ਬੇਨਤੀ ਕਰਾਂ, ਬਾਹਰ ਇਹ ਤਕਰੀਬਨ ਜੇ ਆਪਾਂ ਡੇਰਾ ਧਾਰੀ ਕਹਿੰਦੇ, ਬਾਹਰ ਵੀ ਸਿਸਟਮ ਇਹੀ ਚੱਲਦਾ। ਜਿਹੜਾ ਲੜ ਪੈਂਦਾ ਕਹਿੰਦਾ ਕੋਈ ਗੱਲ ਨਹੀਂ, ਲੋਨ ਹੀ ਲੈਣਾ, ਗੁਰਦੁਆਰਾ ਆਪਣਾ ਬਣਾ ਲੈਂਦੇ। ਆਪਣਾ ਗੁਰਦੁਆਰੇ ਬਣਾਉਂਦੇ ਨੇ, ਆਪਣੇ ਆਪ ਨੂੰ ਗੁਰਦੁਆਰੇ 'ਚ ਨਹੀਂ ਸਮਾਉਂਦੇ। ਮਹਾਰਾਜ ਕਹਿੰਦੇ ਮੁੱਲਾਂ ਦੇ ਘਰ ਭੁੱਖ ਪੈ ਗਈ, ਉਹਨੇ ਕਿਹਾ ਮੂੰਹ ਆ ਚੜ੍ਹਦੇ ਵਾਲਾ ਬੂਆ ਕਰੋ ਬੰਦ, ਲੈਂਦੇ ਨੂੰ ਖੋਲੋ। ਮਸਜਿਦ ਬਣ ਗਈ, ਮਸਜਿਦ ਨਮਾਜ਼ ਪੜ੍ਹਿਆ ਕਰੋ। ਗਿਆਨ ਤੋਂ ਵਿਖਾਉਣਾ, ਰਾਸਧਾਰੀ ਗੀਤ ਗਾ ਰਿਹਾ। ਹੁਣ ਘਰ ਪੱਠੇ ਵੱਢਣੇ ਪੈਣੇ ਨੇ, ਕੰਮ ਕਰਨਾ ਪੈਣਾ ਹੈ। ਉਹ ਕਹਿੰਦਾ ਛੱਡੋ ਪਰਾਂ, ਇਹ ਦੁਨੀਆ ਜੰਜਾਲ ਜੇ ਮਾਇਆ, ਜੋ ਕੰਨ ਪੜਵਾ ਕੇ ਮੁੰਦਰਾ ਪਾਰ ਕੇ ਬਾਹਰ ਫਕੀਰ ਬਣਿਆ ਫਿਰਦਾ। ਗੁਰੂ ਸਾਹਿਬ ਕਹਿੰਦੇ ਨੇ ਸਾਰੇ ਨਿਕੰਮੇ, ਜਿਨ੍ਹਾਂ ਦੀ ਗਿਣਤੀ ਉੱਥੇ ਕੀਤੀ, ਕਹਿੰਦੇ ਨੇ ਕੰਮ ਚੋਰ, ਹੱਡ ਭੰਨ, ਮਿਹਨਤ ਨਹੀਂ ਕਰ ਸਕਦੇ। ਕਹਿੰਦੇ ਨੇ ਇਹ ਸਿਰਫ ਧਰਮ ਨੂੰ ਕਮਾਉਂਦੇ ਨੇ, ਐਸ਼ੋ ਪ੍ਰਸਤ ਦੇ ਲਈ ਧਰਮ ਵਰਦੇ ਨੇ, ਐਸ਼ੋ ਆਰਾਮ ਦੇ ਲਈ। ਕਹਿੰਦੇ ਮੇਰੇ ਘਰ 'ਚ ਜਿਹੜਾ 10 ਨਵਾਂ ਦੀ ਕਿਰਤ ਕਰਕੇ ਹੱਥੋਂ ਦੇ ਕੇ ਭਲਾ ਮਨਾਏਗਾ, ਉਹਦਾ ਪਾਰ ਉਤਾਰਾ ਹੋਵੇਗਾ। ਗਿਆਨ ਵਿਖਾਉਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੈ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ, ਵਾਣ ਚੇਲੇ ਨੱਚਨ ਗੁਰ, ਗੁਰ ਪੀਰ ਸਦਾਏ,
ਮੰਗਣ ਜਾਏ ਤਾਂ ਕੈ ਮੂਲ ਨਾ ਲੱਗੀਐ ਪਾਏ। ਗੁਰੂ ਸਾਹਿਬ ਕਹਿੰਦੇ ਭੁੱਲ ਕੇ ਉਹਦੇ ਪੈਰਾਂ 'ਚ ਨਹੀਂ ਪੈਣਾ। ਘਾਲ ਖਾਏ ਕਿਛ ਹੱਥੋਂ ਦੇ, ਕਮਾਈ ਵੀ ਕਰੇ ਤੇ ਹੱਥੋਂ ਦੇ ਕੇ ਭਲਾ ਮਨਾਵੇ। ਇਹ ਅੱਗੇ ਆਉਣਾ ਪੌੜੀ, ਜਦੋਂ ਪਰਸੋਂ ਅਸੀਂ ਵਿਚਾਰਾਂਗੇ ਨਾ। ਦੇ ਖਾਜੈ ਆਹ ਗਵਾਈਐ, ਜੇ ਕਿਸੇ ਨੂੰ ਦਿੱਤਾ ਤੇ ਕਿਉਂ ਵਾਰ-ਵਾਰ ਅਨਾਉਂਸਮੈਂਟਾਂ ਕਰਾਈ ਜਾਂਦਾ ਮੈਂ ਇੰਨਾ ਕੁਝ ਦਿੱਤਾ। ਗੁਰੂ ਕਹਿੰਦੇ ਤੇਰਾ ਦਿੱਤਾ ਹੋਇਆ ਸਭ ਕੁਝ ਸੜ ਗਿਆ ਜੇ ਤੂੰ ਚਤਾਰਨ ਲੱਗ ਪਿਆ ਹੈ ਤਾਂ। ਤੇ ਅੱਗੇ ਪੌੜੀ 'ਚ ਆਵੇਗਾ ਅੰਮ੍ਰਿਤ ਬੋਲ। ਹਜ਼ੂਰ ਕਹਿੰਦੇ ਕਾਲ ਖਾਏ ਕਿ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਹੁਣ ਇੱਥੇ ਕੀ ਸੀ ਜੀ, ਇਹ ਜਿਹੜੇ ਰਾਸ ਧਾਰੀਏ ਨੇ ਉਹ ਸਾਜ਼ ਵੱਜਦਾ ਪਿਆ ਤੇ ਗੁਰੂ ਡਾਂਸ ਕਰ ਰਹੇ ਆ। ਸਾਡੇ ਇੰਡੀਆ 'ਚ ਕਰਦੇ ਰਹੇ ਨੇ ਗੁਰੂ ਡਾਂਸ। ਮੈਂ ਕੱਲ੍ਹ ਵੀ ਇਸ਼ਾਰਾ ਕੀਤਾ ਜੀ, ਮੈਂ ਈਰਖਾ 'ਚ ਨਹੀਂ ਕਹਿੰਦਾ, ਉਹ ਡਾਂਸ ਹੀ ਕਰਦੇ ਨੇ, ਡਾਂਸਰ ਨੇ। ਤੇ ਕਮਾਲ ਦੀ ਗੱਲ ਉਹ ਦੇਖੋ, ਇੰਨੀ ਦੁਨੀਆ ਤਰੱਕੀ ਕਰ ਗਈ, ਕਮਲਿਆਂ ਦਾ ਟੋਲਾ ਜੇ ਵੀ ਕਹਿੰਦਾ ਰੱਬ ਹੀ, ਇਹਦਾ ਕੀ ਇਲਾਜ ਹੋ ਸਕਦਾ। ਉਹ ਨੱਚ ਰਿਹਾ। ਇੱਕ ਬਾਬਾ ਬੜਾ ਨੱਚਦਾ ਹੁੰਦਾ ਸੀ, ਉਹ ਵਿਚਾਰਾ 2 ਸਾਲ ਹੋ ਗਏ ਨੇ, ਪਿਓ ਪੁੱਤਰ ਜੇਲ੍ਹ 'ਚ ਹੀ ਬੈਠੇ। ਉਹਦੀ ਲੀਲਾ ਉੱਥੇ ਹੀ ਹੁੰਦੀ ਪਈ। ਉਹ ਕਹਿੰਦਾ ਕ੍ਰਿਸ਼ਨ ਕਰੇ ਤੋ ਲੀਲਾ, ਹਮ ਕਰੇ ਤੋ ਪਾਪ। ਮੈਂ ਸ਼ਬਦ ਨਾ ਵਰਤਾਂ। ਉਹ ਆ ਗੁਰੂ ਸਾਹਿਬ ਬਾਣੀ 'ਚ ਕਹਿ ਗਏ, ਪਖੰਡੀਆਂ ਦੇ ਟੋਲੇ ਜੇ ਵਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ। ਇਹ ਘੁੰਗਰੂ ਬੰਨੇ ਨਾ, ਘੁੰਗਰੂ ਬਾਂਧ ਪੈ ਰਮਦਾਸਾ ਰੋਟੀਆਂ ਕੇ ਉਪਾਵਾ। ਗੁਰੂ ਗ੍ਰੰਥ ਸਾਹਿਬ ਦੇ ਬੋਲ। ਵਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ, ਫਿਰ ਸਿਰ ਮਾਰਦੇ ਨੇ, ਸਿਰ ਖੱਬੇ ਨੂੰ ਸੱਜੇ ਨੂੰ, ਵਾਲ ਖਿਲਰੇ ਨੇ ਵੀ ਹੁਣ ਚੌਂਕੀ ਆ ਗਈ। ਇਹ ਇਸ ਤਰ੍ਹਾਂ ਹੀ ਹੈ ਜੀ। ਇਹ ਚੌਂਕੀਆਂ ਵੀ ਬੜੀਆਂ ਹੁੰਦੀਆਂ, ਸਾਰੀਆਂ ਪੰਜਾਬ 'ਚ ਹੀ ਆਉਂਦੀਆਂ। ਇਸ ਤਰ੍ਹਾਂ ਮਸਤਾਂ ਦੀ ਚੌਂਕੀ ਆ ਗਈ, ਫਲਾਣਿਆਂ ਦੀ ਆ ਗਈ, ਢਿੰਗੜਿਆਂ ਦੀ ਆ ਗਈ। ਉਹ ਗੁਰੂ ਕੇ ਸਿੱਖੋ ਦੁਹਾਈ ਰੱਬ ਦੀ, ਜਿਸ ਘਰ 'ਚ ਗੁਰੂ ਨਾਨਕ ਸਾਹਿਬ ਦਾ ਜਪ ਆ ਗਿਆ, ਸ਼ਬਦ ਦੀ ਚੌਂਕੀ ਆ ਗਈ, ਉਹਨੂੰ ਕਿਸੇ ਚੌਂਕੀ ਦੀ ਲੋੜ ਨਹੀਂ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਉਹ ਡਾਂਸ ਕਰ ਰਿਹਾ ਗੁਰੂ। ਵਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ, ਫੇਰਨ ਸਿਰ। ਤੇ ਮਹਾਰਾਜ ਕਹਿੰਦੇ ਉੱਡ ਉੱਡ ਰਾਵਾ। ਉਂਝ ਵੈਸੇ ਰਾਵ ਦਾ ਅਰਥ ਬਾਦਸ਼ਾਹ ਵੀ ਹੈ। ਇੱਥੇ ਰਾਵਾ ਦਾ ਅਰਥ ਹੈ ਆ ਰਵਾਲ, ਜਿਹਨੂੰ ਮਿੱਟੀ, ਘੱਟਾ। ਉੱਡ ਉੱਡ ਰਾਵਾ, ਆ ਇੱਕ ਸ਼ਬਦ ਬੜਾ ਪੁਰਾਣਾ ਸਾਡਾ। ਝਾਟਾ ਪਾਏ। ਝਾਟਾ ਕਿਹਨੂੰ ਕਹਿੰਦੇ ਪਤਾ ਸੀ ਨਾ ਜੀ? ਉਹ ਮਾਈ ਬੁੱਢੀ ਦਾ ਝਾਟਾ ਤੇ ਵਿਕਦਾ ਸੀ ਨਾ, ਜਿਹੜਾ ਖਾਂਦੇ ਸਨ ਨਿਆਣੇ। ਇਹ ਸ਼ਬਦ ਭੁੱਲ ਗਏ ਹੁਣ ਸਾਨੂੰ। ਝਾਟੇ ਦਾ ਅਰਥ ਵਾਲ ਨਹੀਂ, ਝਾਟੇ ਦਾ ਅਰਥ ਜਿਹਨੇ ਕੰਘੀ ਕਦੀ ਨਹੀਂ ਫੇਰੀ, ਉਲਝੇ ਹੋਏ ਵਾਲ। ਕੋਈ ਇੱਧਰ ਨੂੰ ਪਿਆ, ਲਿਟਾਂ ਖਿਲਰੀਆਂ ਪਈਆਂ, ਉਹਨੂੰ ਕਹਿੰਦੇ ਕਈ ਮੈਂ ਕਿਹਾ ਆ ਤੇਰੇ ਝਾਟੇ 'ਚ ਤੇਲ ਲਾ ਦੇ। ਇਸ ਤਰ੍ਹਾਂ ਸੀ ਨਾ। ਉਹ ਸਤਿਗੁਰੂ ਨੇ ਸ਼ਬਦ ਵਰਤਿਆ, ਕਹਿਣ ਲੱਗੇ ਵਾਲ ਇਹ ਝਾਟਾ ਬਣ ਗਿਆ ਕਿਉਂਕਿ ਵਾਲ ਉਲਝ ਗਏ ਨੇ। ਪੈਰਾਂ ਨਾਲ ਮਾਰਦਾ ਥੱਲੇ ਤਲੀ, ਜਦੋਂ ਥੱਲੇ ਪੈਰ ਮਾਰਦਾ ਤੇ ਮਿੱਟੀ ਉੱਡ ਕੇ ਸਾਰੀ ਸਿਰ 'ਚ ਪੈਂਦੀ ਪਈ। ਉੱਡ ਉੱਡ ਰਾਵਾ ਝਾਟੇ ਪਾਏ, ਸਾਰਾ ਝਾਟਾ ਭਰਿਆ ਗਿਆ ਇਹਦਾ ਮਿੱਟੀ ਨਾਲ। ਪਰ ਇੱਕ ਮੈਂ ਬੇਨਤੀ ਤੁਹਾਨੂੰ ਕਰਦਿਆਂ, ਫਿਰ ਸੁਣਿਓ। ਇਹ ਪਖੰਡੀ ਨੱਚਦੇ ਖੂਨ ਤੇ ਮਿੱਟੀ ਸਿਰ 'ਚ ਪੈ ਜਾਏ ਤੇ ਖਾਕ ਬਣ ਜਾਂਦੀ ਏ। ਗੁਰੂ ਕਾ ਸਿੱਖ ਗੁਰੂ ਘਰ ਵਿੱਚ ਟੋਕਰੀ ਢੋਂਦਾ ਹੋਵੇ, ਇਹਦੇ ਸਿਰ 'ਚ ਮਿੱਟੀ ਪੈ ਜਾਏ ਤੇ ਪਿਆਰੋ ਕੇਸਰ ਬਣ ਜਾਂਦੀ ਹੈ। ਫਰਕ ਇਹ ਦੋਨਾਂ 'ਚ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਝਾਟੇ ਭਰੇ ਪਏ ਮਿੱਟੀ ਦੇ ਨਾਲ। ਉੱਡ ਉੱਡ ਰਾਵਾਂ ਝਾਟੇ ਪਾਏ, ਵੇਖੈ ਲੋਕ। ਲੋਕ ਵੇਖਣ ਆਏ ਸਨ ਰਾਸ ਧਾਰੀ ਨੂੰ। ਹੱਸੈ, ਆ ਤਾੜੀਆਂ ਮਾਰ ਮਾਰ ਕੇ ਹੱਸਦੇ ਨੇ। ਮਹਾਰਾਜ ਕਹਿੰਦੇ ਵੇਖੈ ਲੋਕ ਹੱਸੈ, ਘਰ ਜਾਏ ਬਸ ਕੁਛ ਨਹੀਂ, ਰੂਹਾਨੀਅਤ ਤੇ ਪੱਲੇ ਨਹੀਂ ਪਈ। ਉਹਨਾਂ ਕਿਹਾ ਜੀ ਕ੍ਰਿਸ਼ਨ ਨੇ ਬੜਾ ਡਾਂਸ ਕੀਤਾ। ਰਾਮਚੰਦਰ ਜੀ ਦਾ ਰੋਲ ਹੀ ਕਮਾਲ ਦਾ ਸੀ। ਸੱਚੀ ਗੱਲ ਹੈ ਵੀ ਇਹ ਕੁਝ ਹੁੰਦਾ ਸਟੇਜਾਂ 'ਤੇ। ਵੇਖੈ ਲੋਕ ਹੱਸੈ, ਘਰ ਜਾਏ। ਸਤਿਗੁਰੂ ਕਹਿੰਦੇ ਨੇ ਇਹ ਕੋਈ ਰੱਬ ਨੂੰ ਪਾਣ ਆਏ ਸਨ। ਰੋਟੀਆਂ ਕਾਰਨ ਪੂਰਾ ਤਾਲ। ਇਹ ਜਿਹੜੀਆਂ ਫੇਰੀਆਂ ਪਾਉਂਦੇ ਪਏ ਨੇ, ਇਹ ਢਿੱਡ ਦੀ ਖਾਤਰ ਪਾਉਂਦੇ ਪਏ ਨੇ। ਰੋਟੀਆਂ ਕਾਰਨ ਪੂਰਾ ਤਾਲ, ਤਾਲ ਪੂਰਦੇ ਪਏ ਨੇ, ਗਾਉਂਦੇ ਪਏ ਨੇ ਢਿੱਡ ਦੀ ਖਾਤਰ। ਰੋਟੀਆਂ ਕਾਰਨ ਪੂਰਾ ਤਾਲ, ਆਪ ਪਛਾੜੇ ਧਰਤੀ ਨਾਲ। ਹੈ ਪਛਾੜੇ ਦਾ ਅਰਥ ਹੁੰਦਾ ਪਟਕ ਪਟਕ ਕੇ ਮਾਰਨਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇੱਥੇ ਉਦਾਹਰਨ ਦੇ ਕੇ ਮੈਂ ਸੰਪੰਨਤਾ ਕਰਨਾ। ਇਹ ਸਾਡੇ ਬੜਾ ਅੱਜ ਕੱਲ੍ਹ ਚੱਲਦਾ ਹੈ ਜੀ। ਲੱਖਾਂ ਰੁਪਈਏ ਲਿਜਾਂਦੇ ਨੇ ਗਾਉਣ ਵਾਲੇ। ਲੱਖਾਂ ਤੋਂ ਮੇਰਾ ਘੱਟ ਹੀ ਜੇ ਵੇਖੀਏ ਤੇ ਅਗਾਂਹ ਨਿਕਲ ਗਈ ਕਹਾਣੀ, ਜਿਹਨੂੰ ਅਸੀਂ ਕਲਚਰ ਕਹਿੰਦੇ ਆ। ਇਹਨੂੰ ਮੇਰੀ ਗੱਲ ਨੂੰ ਤੁਸੀਂ ਇਹ ਪਿਛਾਂ ਖਿੱਚੂ ਨਾਲ ਜਾਇਓ ਨਾ ਈਰਖਾ 'ਚ। ਲੋਕ ਘੋੜੀਆਂ ਗਾਉਂਦੇ ਸਨ। ਮੇਰੇ ਗੁਰੂ ਨੇ ਪੰਜਾਬ ਦੇ ਫੋਕ ਘੋੜੀਆਂ ਦੀ ਤਰਜ ਵਿੱਚ ਵੀ ਬਾਣੀ ਨੂੰ ਭਰ ਦਿੱਤਾ। ਅਲਾਣੀਆਂ ਕੀ ਸੀ, ਮੈਂ ਉਦੋਂ ਵੀ ਅਰਜ਼ ਕੀਤੀ ਸੀ। ਵਣਜਾਰਾ ਕੀ ਹੈ, ਪਹਿਰੇ ਕੀ ਨੇ, ਕਰਹਾਲਾ ਕੀ ਹੈ, ਸਾਰੇ
ਭਾਈ ਸਾਹਿਬ ਪਿੱਛੇ ਜੇ ਕਿਤਾਬ ਮੈਨੂੰ ਮਿਲੀ, ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਧੁਨਾਂ ਨੇ। ਕਰਹਲੇ ਦਾ ਸੰਬੰਧ ਰਾਜਸਥਾਨ ਦੀ ਧੁਨ ਨਾਲ, ਵਣਜਾਰਾ ਵੀ ਉਹ ਸਿਆਣੇ ਵਿਦਵਾਨ ਕਹਿੰਦੇ ਧੁਨ। ਪਰ ਹੁਣ ਕੀ ਹੋ ਰਿਹਾ? ਹੁਣ ਸੱਚੀ ਮੁੱਚੀ ਉਹ ਕੁਛ ਹੁੰਦਾ, ਉੱਡ ਉੱਡ ਰਾਵਾ ਝਾਟੇ ਪਾਏ। ਪਹਿਲਾਂ ਉਹਨਾਂ ਨੂੰ ਲੋਕ ਸ਼ਬਦ ਹੋਰ ਵਰਤਦੇ ਸਨ, ਅੱਜ ਕੱਲ੍ਹ ਉਹਨਾਂ ਨੂੰ ਲੋਕ ਹੀਰੋ ਕਹਿਣ ਲੱਗ ਪਏ ਆ। ਸਮਾਂ ਆ ਗਿਆ ਨਾ ਇਹੋ ਜਿਹਾ ਮਾੜਾ, ਉਹ ਹੀਰੋ ਬਣ ਗਏ। ਜਿਹੜੇ ਬੰਦਗੀ ਕਰਨ ਵਾਲੇ ਸਨ, ਕਲਯੁਗ ਨੇ ਜੀਰੋ ਬਣਾ ਕੇ ਰੱਖ ਦਿੱਤੇ। ਇਹਨੂੰ ਬਾਬਾ ਜੀ ਨੇ ਕਿਹਾ ਕਲਯੁਗ ਹੋਵੇਗਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ ਆਪਨੋਂ ਨਹੀਂ ਪਾਇਆ। मीठे को कौड़ा कहे कड़वे को मीठा, राते की निंदा करें ऐसा कल मैं डीठा। इत्थे कलयुग वरतेगा। मैं तुहानूं एक छोटी जी उदाहरण देना कि सिख दे वास्ते ये चीज़ां करनियां ठीक ने? नहीं। मेरी बेनती सुनो। एक खाड़ा लगा है, उड उड रावा झाटे पाए, लोक है वेख है लोक हसै कर जाए। होया कि भी गाउण वाली आई, चार चफेरे लोग खलोते ने। फकीर ने वेख्या भी बड़ा वड्डा इकट्ठ है, भी ये कहानी की हो रही है सारी। वो जी चला गया। हुंदा की पिया सी, एक मृदंग वजा रहा सी, मृदंग जी। ते गाउण वाली दे पैरां च घुंगरू सन, वो जमीन ते पैर मारे ते घुंगरूआं दी छनकार आवे। वो फकीर विचों वड़ के सिरी कढ के उन्हें भी क्या वेख लीए। लोकी वेखण लग पे, कित्थे बाबा कित्थे आ गया। उन्हें वेख्या तो सिर मार के कहता लानत हो जाए। वो पिछा हट गया। किते मुंडे नौजवान ने कहा बाबा बड़ा नज़ारा ही, कित्थे चलना है? जिवें अपने कहंदे हुंदे ने मुंडे, बड़ा नज़ारा ही, वेख नार किवें पांदी फेरियां। ये शब्द वरते। बांह उलारदी पई ते पैरां दे घुंगरू सुण। वो कहंदा रब दा वास्ता, मैं तां इन्नी च खलो के बेइज्जत हो गया, तुसीं हुंदे रहो। उन्हें कहा जे गाउणा ते तू सुणिया ही नहीं। उन्हें फिर जिहड़ा एक कवित कहा मैं तुहानूं सुणा देना, ਉਹਦੇ अर्थ भी कर देंगे। कवित है, शुभ काज को छोड़ अकाज करे, कछ लाज न आवत है इनको। सुनियो, शुभ काज को छोड़ अकाज करें, कछ लाज न आवत है इनको। एक रांड बुलाए नचावत है, रांड बुलाए नचावत है। बाब सच्ची मैनू ये मैं तुहाडे नाल परिवार की तरह गुल खोल के कर रहा। दारू पीण वाला नाचा बंदा धीआं भैणां नूं नाल नचाण वाला, ਉਹਨੂੰ ਲੱਖਾਂ ਦਿੰਦੇ ਨੇ। ਵਿਚਾਰਾ ਕੀਰਤਨੀਏ ਦਾ ਨਿਆਣਾ ਤੜਫ ਕੇ ਮਰ ਜਾ, ਉਹਦੀ ਦਵਾਈ ਲਈ ਪੈਸੇ ਕੋਈ ਨਹੀਂ ਦਿੰਦਾ। ਉਹ ਕਹਿੰਦੇ शुभ काज को छाड़ अकाज करें, कछ लाज न आवत है इनको। एक रांड बुलाए नचावत है, घर को धन धाम लुटावन को। मृदंग तिन्ह त्रिग त्रिग कहे। अर्थ नहीं समझ पैने अजे। सुल्तान कहे किनको किनको, बाह उलार के नार कहे इनको इनको इनको। हुण इहदे अर्थ मैं कर देना वा। कहने चंगे काम नूं छड़ के करतूत दूजे पासे चल। शुभ काज को छोड़ अकाज करे, ते समझ पै गए ना। चंगे काम नूं छड़ के माड़े काम च पै गए। कछ लाज ना आवत है इनको। फकीर कहना इन्हां नूं शर्म नहीं आउंदी पई। एक रांड बुलाए नचावत है, औरत लिया के डांस हो रहा, क्योंकि हीरोइन आई हुई। तो साडे पंजाब च हुंदा, कबड्डी दे मैचां च ही हुंदा ना। एडियां एडे बुढ़े बंदे हुए, साहिबजादियां दे शहीदियां दे दिन, गुरु गोबिंद सिंह नूं आनंदपुर घेरे पे ने। ये बंबे तो नाचियां ले जाके नाच विखारते फिरते। शुभ काज को छोड़ अकाज करें, कछ लाज न आवत है इनको। एक रांड बुलाए नचावत है, घर को धन धाम लटावन को। घर का धन धाम लुटान लई। अगे कहते ने मृग तिन्ह त्रिग त्रिग कहे। उन्हें अर्थ किए फकीर ने। कहना जो मृग बोलता, मृदंग बोलता ना जी, ਉਹਦੀ आवाज़ त्रिग त्रिग। वो कहना ये मैनू अंज लगता पिया, कहता पिया लानती असीं ते फसे हाँ, तुसीं वेखण वालियां नूं लानतां जे। तरकार कह रहे मृग तिन्ह त्रिग त्रिग कहे। सुल्तान, सुल्तान दर ते पैरां च पाए घुंगरू, ਉਹਦੀ छनकान हुंदी है ना। कहते मृदंग कहता त्रिग है, ते ਉਹਦੇ पैरां च पाए घुंगरू। कहते किनको किनको किनको, ते बांह उसार के नार कहती इनको इनको इनको। ਜਿਹੜੇ ਦੇਖਣ ਆਏ ਨੇ ਲਾਣਤੇ ना। कहता मैं चला जो तुसीं वेखी जाओ, मैं तो इन्ने च रच गया। मैं कि बेनती करांगा, नहीं गुरमुखो थोड़ा जिहा मन नूं बन्नण दा यतन करिए, गुरु अगे अरदास करिए। मेरे मोहन सरवनी ए ना सुनाए, साकत गीत ना तुन गावत बोलत बोल अजाए। बाबा जी मुद्दत पहला कह रहे हैं, वाइन चेले नचन गुर पैर हलायन, फेरन शेर उड उड रावा झाटे पाए, वेखै लोक हसै
ਕਰ ਜਾਏ। ਸਾਰਾ ਝਾਟਾ ਭਰਿਆ ਪਿਆ ਮਿੱਟੀ ਨਾਲ, ਪਤਾ ਹੀ ਕੋਈ ਨਹੀਂ। ਹੱਸਦੇ ਲੋਕੀ ਤਾੜੀਆਂ ਮਾਰ ਕੇ ਘਰ ਨੂੰ ਪਹੁੰਚ ਗਏ। ਵੇਖਿਆ ਲੋਕ ਹੱਸੈ ਕਰ ਜਾਏ। ਤੇ ਸਤਿਗੁਰੂ ਕਹਿੰਦੇ ਇਹਨਾਂ ਦਾ ਕੀ ਸੰਬੰਧ ਰਾਜੇ ਨਾਲ, ਕੀ ਸੰਬੰਧ ਰਾਮ ਨਾਲ? ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੈ ਧਰਤੀ ਨਾਲ। ਸਤਿਗੁਰੂ ਫਿਰ ਕਹਿੰਦੇ ਨੇ, ਪਤਾ ਕੀ ਕਰਦੇ ਨੇ? ਗਾਵਨ ਗੋਪੀਆਂ ਗਾਵਨ ਕਾਨ। ਇਹ ਰਾਸਧਾਰੀ ਕ੍ਰਿਸ਼ਨ ਦੇ ਗੀਤ ਗਾਉਂਦੇ ਪਏ ਆ, ਇਹ ਗੋਪੀਆਂ ਦੇ ਗੀਤ ਗਾਉਂਦੇ ਪਏ ਨੇ। ਗਾਵਨ ਸੀਤਾ ਰਾਜੇ ਰਾਮ। ਰਾਜੇ ਰਾਮ ਦਾ ਅਰਥ ਕਰਾਂਗੇ ਰਾਮ ਚੰਦਰ ਜੀ ਤੇ ਸੀਤਾ ਦੇ ਗੀਤ ਪੈ ਗਾਉਂਦੇ ਨੇ। ਸਤਿਗੁਰੂ ਤੁਸੀਂ ਕਿਰਪਾ ਕਰੋ ਕਿ ਸਾਰੇ ਡੁੱਬ ਜਾਣਗੇ ਇਸ ਤਰ੍ਹਾਂ? ਕਹਿੰਦੇ ਨਹੀਂ ਨਹੀਂ, ਬਿਲਕੁਲ ਨਹੀਂ, ਸਾਰੇ ਨਹੀਂ ਡੁੱਬਣਗੇ। ਅੱਗੇ ਫਿਰ ਕੱਲ ਨੂੰ ਵਿਚਾਰਾਂਗੇ। ਕਹਿੰਦੇ ਨੇ ਨਿਰਭਉ ਨਿਰੰਕਾਰ ਸਚ ਨਾਮ ਜਾਂਕਾ ਕੀਆ ਸਗਲ ਜਹਾਨ। ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਿਨ੍ਹਾਂ ਮਨ ਚਾਹੋ। ਉਹ ਨਹੀਂ ਡੁੱਬਣਗੇ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਇਹਦੀ ਵਿਚਾਰ ਆਪਾਂ ਲੜੀ ਕੱਲ ਨੂੰ ਅੱਗੇ ਤੋਰਾਂਗੇ। ਪਰ ਅੱਜ ਸਿਰ ਮੇਰੀ ਇੱਕ ਬੇਨਤੀ ਹੈ ਪਿਆਰਿਓ, ਆਤਮ ਗਿਆਨੀ ਹੀ ਗਿਆਨੀ ਹੈ। ਠੀਕ ਹੈ, ਅਸੀਂ ਪੜ੍ਹ ਕੇ ਤੁਹਾਨੂੰ ਕਥਾ ਸੁਣਾਉਂਦੇ ਪਏ ਹਾਂ। ਤੁਸੀਂ ਅਰਦਾਸ ਕਰੋ ਕਿ ਨੌਲੇਜ ਅਨੁਭਵ ਦਾ ਰੂਪ ਬਣ ਜਾਏ। ਸੱਚੀ ਮੁੱਚ ਅੰਦਰੋਂ ਕੁਝ ਮਹਿਸੂਸ ਹੋਵੇ। ਜਦੋਂ ਅੰਦਰੋਂ ਕੋਈ ਗਿਆਨੀ ਬਣ ਕੇ ਤੁਰਦਾ ਹੈ, ਉਹਦਾ ਫਿਰ ਪਾਰ ਉਤਾਰਾ ਹੁੰਦਾ ਹੈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਇਕਾਗਰਤਾ ਬਖਸ਼ੀ। ਕੱਲ੍ਹ ਨੂੰ ਇਹ ਖਾਸ ਕਰਕੇ ਸਿੱਖੀ ਸਿੱਖਿਆ ਗੁਰ ਵਿਚਾਰ, ਇਹਦੇ ਨਾਲ ਨਾਲ ਫਿਰ ਜਿਹੜੇ ਸੋ ਕਾਲ ਰਾਸਧਾਰੀਏ ਨੇ, ਕੋਲੂ ਚਰਖਾ ਚੱਕੀ ਚੱਕ ਕੇ ਸਾਰੇ ਪੜਾਂਗੇ। ਪਰ ਇਹਦੇ 'ਚ ਅਖੀਰ ਤੇ ਆਵੇਗਾ ਨੱਚਨ ਕੁੱਦਨ ਮਨ ਕਾ ਚਾਓ, ਨਾਨਕ ਜਿਨ ਮਨ ਪਾਓ ਤੇ ਨਾ ਮਨ ਪਾਓ। ਹੋਈਆਂ ਭੁੱਲਾਂ ਬਖਸ਼ ਦੇਣੀਆਂ।